ਮਿੰਟੂ ਜੀ, ਇੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੁੰਡੇ ਦੇ ਵਿਆਹ 'ਚ ਸਰਕਾਰੀ ਪੈਸੇ ਦੀ ਵਰਤੋਂ ਕਰਨ ਸੰਬੰਧੀ ਜੋ ਸ਼ਿਕਾਇਤ ਹੋਈ ਸੀ, ਉਹਦੇ 'ਚ ਨਵਾਂ ਮੋੜ ਆਇਆ। ਕੀ ਅਪਡੇਟ ਹੈ ਜੀ ਉਹਦੇ 'ਚ? ਦੇਖੋ, ਉਹਦੇ ਵਿੱਚ ਵਾਕਿਆ ਕੂਣੀ ਮੋੜ ਵੱਜ ਗਿਆ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਕਿ ਫਲਾਣੀ ਕਹਾਣੀ 'ਚ ਇੱਕ ਕੂਣੀ ਮੋੜ ਆ ਗਿਆ। ਕੂਣੀ ਮੋੜ ਕੀ ਆ ਗਿਆ ਕਿ ਜਿਹੜਾ ਸ਼ਿਕਾਇਤ ਕਰਤਾ ਸੀ ਉਹ ਕਹਿੰਦਾ ਕਿ ਮੈਂ ਤਾਂ ਸ਼ਿਕਾਇਤ ਕੀਤੀ ਹੋਈ ਨਹੀਂ ਹੈ। ਅੱਛਾ ਜੀ। ਚੰਨੀ ਸਾਹਿਬ ਵੀ ਹੈਰਾਨ ਹੋ ਗਏ ਹੋਣੇ ਕਿ ਕੰਮ ਕੀ ਚੱਲਦਾ ਪਿਆ, ਕਿ ਜਦੋਂ ਮੈਂ ਬਾਹਰੋਂ ਆਇਆ, ਤੁਹਾਨੂੰ ਪਤਾ ਥੀਸਿਸ ਵਗੈਰਾ ਲਿਖ ਰਹੇ ਸਨ, ਬਾਹਰ ਅੱਖਾਂ ਦਾ ਇਲਾਜ ਕਰਵਾ ਰਹੇ ਸਨ, ਇੱਥੇ ਕੁਝ ਲੋਕ ਕਹਿ ਰਹੇ ਸੀ ਕਿ ਛੱਲਾ ਮੁੜ ਕੇ ਨਹੀਂ ਆਇਆ। ਉਹ ਕਹਿੰਦੇ ਕਿ ਛੱਲਾ ਮੁੜ ਕੇ ਆਏਗਾ, ਜ਼ਰੂਰ ਆਏਗਾ, ਇੰਤਜ਼ਾਰ ਕਰੋ। ਤਾਂ ਗੱਲ ਇਹ ਹੈ ਕਿ ਜਦੋਂ ਉਹ ਆਏ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਦੀ ਨਾਲ ਗਵਰਨਰ ਹਾਊਸ 'ਚ ਚਲੇ ਗਏ, ਕਹਿੰਦੇ ਕਿ ਮਾਈਨਿੰਗ ਵਾਲਿਆਂ ਨੂੰ ਘੇਰੋ ਜੀ, ਜਰਾ ਈਡੀ ਵਾਲੇ ਬੁਲਾਓ। ਤਾਂ ਤੁਹਾਨੂੰ ਪਤਾ ਮਾਈਨਿੰਗ ਦਾ ਸਿਆਪਾ ਪਿਆ ਸੀਗਾ ਉਰੇ ਵੀ ਜੀ। ਖੈਰ, ਦੂਸਰੇ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਫਿਰ ਉਹ RTI ਵਾਲਾ ਮਸਲਾ ਹੋ ਗਿਆ ਕਿ ਚੰਨੀ ਤੇ ਜੀ ਪਰੌਂਠੇ ਜਿਹੜੇ ਆ ਉਹ 50 ਲੱਖ ਦੇ ਛੱਗ ਗਏ ਆ। ਬਾਅਦ ਚ ਉਹਦੇ ਚ ਵੀ ਪਸੂੜੀ ਇਹ ਨਿਕਲੀ ਕਿ ਦਰਅਸਲ ਉਹ ਇੱਕ ਪੂਰੇ ਸਾਲ ਦਾ ਖਰਚਾ ਹੈ 60 ਲੱਖ। ਮਤਲਬ ਕਿ CM ਹਾਊਸ ਦੇ ਵਿੱਚ ਜੋ ਵੀ ਚੱਲਦਾ ਹੈ, CM ਆਫਿਸ ਦੇ ਵਿੱਚ ਕਹਿ ਸਕਦੇ ਆ ਕਿ ਜੋ ਵੀ ਖਾਣ ਪਾਣ ਦਾ ਚੱਲਦਾ ਸੀਗਾ, ਉਹ ਪੂਰੇ ਸਾਲ ਦਾ ਖਰਚਾ ਸੀ, ਜਿਹਦੇ ਵਿੱਚ 3 ਮੁੱਖ ਮੰਤਰੀ ਸਨ। ਹੁਣ ਇੱਕ ਨਵੀਂ ਪਸੂੜੀ ਇਹ ਨਿਕਲ ਆਈ ਕਿ ਇਹਨਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ ਕਿਸੇ ਖਾਸ ਆਯੋਜਨ ਦੇ ਵਿੱਚ ਇਹ ਪੈਸਾ ਜਿਹੜਾ ਇੱਧਰ ਦਿਖਾ ਕੇ ਸਰਕਾਰੀ ਕਾਗਜ਼ਾਂ ਦੇ ਵਿੱਚ ਤੇ ਵਰਤ ਲਿਆ ਪੁੱਤ ਦੀ ਸ਼ਾਦੀ 'ਚ। ਇਹ ਸ਼ਿਕਾਇਤ ਕਰਨ ਵਾਲਾ ਸੀਗਾ ਬਠਿੰਡੇ ਜ਼ਿਲ੍ਹੇ ਦਾ ਰਾਜਵਿੰਦਰ ਸਿੰਘ। ਉਹ ਅਚਾਨਕ ਅੱਜ 2-3 ਦਿਨ ਬਾਅਦ ਸੁਰਖੀਆਂ 'ਚ ਆਉਂਦਾ, ਇਹ ਕਹਿੰਦਾ ਜੀ ਮੈਂ ਤੇ ਸ਼ਿਕਾਇਤ ਕੀਤੀ ਹੋਈ ਨਹੀਂ ਹੈ ਜੀ। ਫਿਰ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਉਹ ਕਹਿੰਦਾ ਹੈ ਕਿ ਦਰਅਸਲ ਮੈਂ ਉਸ ਜਗ੍ਹਾ ਤੇ ਕੰਮ ਜ਼ਰੂਰ ਕੀਤਾ ਕਿਉਂਕਿ ਵੱਡੀ ਕੰਪਨੀ ਨੇ ਵੱਡਾ ਠੇਕਾ ਲੈ ਰੱਖਿਆ ਸੀਗਾ। ਮੈਂ ਵੀ ਉਹਦੇ ਵਿੱਚ ਗਾਂ ਕਹਿ ਲਓ ਕਿ ਇੱਕ ਛੋਟਾ ਠੇਕੇਦਾਰ ਸੀਗਾ। ਉਹਨਾਂ ਦੀ ਪੇਮੈਂਟ ਵਗੈਰਾ ਰੁਕ ਗਈ ਤਾਂ ਉਹ ਕੰਪਨੀ ਨੇ ਹੀ ਸ਼ਿਕਾਇਤ ਕਰ ਦਿੱਤੀ। ਦੇਖੋ ਕਿੱਡੀ ਹਾਸੋਹੀਣੀ ਜੀ ਗੱਲ ਹੈ ਕਿ ਕੰਪਨੀ ਨੇ ਇਹ ਕਹਿ ਕੇ ਸ਼ਿਕਾਇਤ ਕਰ ਦਿੱਤੀ ਜਾਂ ਸੋਚ ਕੇ ਸ਼ਿਕਾਇਤ ਕਰ ਦਿੱਤੀ ਕਿ ਚਲੋ ਆਪਣੇ ਪੈਸੇ ਆ ਜਾਣਗੇ। ਪਰ ਇਹ ਬਹੁਤ ਵੱਡੀ ਗੱਲ ਹੈ ਕਿ ਵਿਜੀਲੈਂਸ ਕੋਲ ਸ਼ਿਕਾਇਤ ਚਲੇ ਗਈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚਰਨਜੀਤ ਚੰਨੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੈਸੇ ਉਹ ਕਾਂਗਰਸ ਦੇ ਵਿੱਚ ਇਕੱਲੇ ਇਕੱਲੇ ਨਜ਼ਰ ਆ ਰਹੇ ਨੇ ਜੀ। ਕਲਾਪਾ ਜਿਹਾ ਉਹਨਾਂ ਨੂੰ ਖਾ ਰਿਹਾ ਕਿਉਂਕਿ ਵੱਡਾ ਸਾਥ ਨਹੀਂ ਮਿਲ ਰਿਹਾ। ਅੱਜ ਐਸੀ ਭਾਈਚਾਰਾ ਉਹਨਾਂ ਦੇ ਜ਼ਰੂਰ ਹੱਕ ਦੇ ਵਿੱਚ ਨਿਤਰਿਆ ਕਿ ਇਹਨਾਂ ਨੂੰ ਵਾਰ-ਵਾਰ ਕਿਉਂ ਬਦਨਾਮ ਕਰ ਰਹੇ ਜੇ। ਪਰ ਦੂਸਰੇ ਪਾਸੇ ਇਸ ਸ਼ਿਕਾਇਤ ਦਾ ਇਸ ਤਰ੍ਹਾਂ ਥਿੜਕ ਜਾਣਾ ਇਹ ਬਹੁਤ ਵੱਡੇ ਸਵਾਲ ਪੈਦਾ ਕਰਦਾ ਵਿਜੇ ਜੀ ਕਿ ਇਸ ਸ਼ਿਕਾਇਤ ਦੇ ਪਿੱਛੇ ਆਖਰ ਸੋਚ ਕਿਸ ਤਰ੍ਹਾਂ ਦੀ ਸੀ। ਇਹ ਕੋਈ ਮਜ਼ਾਕ ਥੋੜਾ ਚੱਲ ਰਿਹਾ ਕਿ ਉੱਠ ਕੇ ਜਿਹਦਾ ਮਰਜ਼ੀ ਨਾਂ ਲਿਖ ਕੇ ਤੁਸੀਂ ਪਾ ਦਿਓ ਵਿਜੀਲੈਂਸ ਨੂੰ। ਔਰ ਇੱਥੇ ਤਾਂ ਸਾਬਕਾ ਮੁੱਖ ਮੰਤਰੀ ਹੈ। ਬਿਲਕੁਲ ਬਿਲਕੁਲ। ਮਿੰਟੂ ਜੀ, ਇਹ ਦੱਸਿਓ, ਇੱਕ ਹੋਰ ਜਿਹੜੀ ਵਾਰਦਾਤ ਹੋਈ ਵੀ ਕਈ ਕਿਲੋਮੀਟਰ ਘਲੀਸ ਕੇ ਜਿਹੜੀ ਕੁੜੀ ਦੀ ਮੌਤ ਹੋ ਗਈ ਸੀ ਹਾਦਸੇ ਵਿੱਚ, ਇਹ ਹੁਣ ਮਾਮਲੇ ਦੇ ਵਿੱਚ ਕੁਝ ਵੱਡੇ ਖੁਲਾਸੇ ਹੋ ਰਹੇ ਨੇ। ਕੀ ਡੀਟੇਲ ਹੈ ਜੀ ਇਹਦੇ 'ਚ? ਦੇਖੋ, ਇਹ ਜਿਹੜੀ ਕੁੜੀ ਮਰੀ ਸੀਗੀ, ਇਹ ਜਿਹੜਾ ਨਵੇਂ ਸਾਲ ਵਾਲਾ ਦਿਨ ਸੀਗਾ, ਉਸ ਦਿਨ ਦੀ ਗੱਲ ਕਹਿ ਸਕਦੇ ਹਾਂ ਕਿਉਂਕਿ ਉਦੋਂ 1 ਜਨਵਰੀ ਚੜ੍ਹ ਚੁੱਕੀ ਸੀਗੀ ਤੇ ਇਹ ਘਟਨਾ ਜਿਹੜੀ ਆ ਸਵੇਰ ਦੇ ਪਾਰ ਦੀ ਆ ਜੀ, 3-4 ਦੇ ਆਸ-ਪਾਸ ਦੀ। ਤਾਂ ਵੈਸੇ ਤਾਂ ਹੁਣ ਕਾਫੀ ਖੁਲਾਸੇ ਨੇ ਇਸ ਮਾਮਲੇ ਦੇ ਵਿੱਚ, ਮੈਂ ਇੱਕ ਕਰਕੇ ਤੁਹਾਨੂੰ ਦੱਸਣਾ। ਤਾਂ ਸਭ ਤੋਂ ਪਹਿਲਾਂ ਤੇ ਇਹ ਹੈ ਕਿ CCTV ਨਿਕਲੀ ਆਈ। ਉਹ CCTV ਨਿਕਲੀ ਆਈ ਤਾਂ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਇੱਕ ਜਾਣੀ ਨਹੀਂ ਸੀ, 2 ਜਾਣੀਆਂ ਸੀ। ਫਿਰ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆ ਗਈ ਜਿਹਦੇ ਵਿੱਚ ਰੇਪ ਦੀ ਪੁਸ਼ਟੀ ਨਹੀਂ ਹੋਈ ਜੀ। ਤੇ ਤੀਜੀ ਗੱਲ ਇਹ ਹੈ ਕਿ ਖੁਦ ਪੁਲਿਸ ਨੇ ਮੰਨਿਆ ਕਿ ਕਈ ਕਿਲੋਮੀਟਰ ਤੀਕ ਕੁੜੀ ਨੂੰ ਇਹ ਘੜੀਸੀ ਗਏ ਨੇ ਕਿਉਂਕਿ ਦੇਖੋ ਜਿਹੜੇ ਉਹ ਬਲੈਨੋ ਗੱਡੀ ਤੇ ਸਵਾਰ ਸਨ 5 ਜਣੇ, ਉਹ ਕਾਫੀ ਜ਼ਿਆਦਾ ਸ਼ਰਾਬੀ ਸੀ। ਤੁਹਾਨੂੰ ਪਤਾ ਜਸ਼ਨ ਦਾ ਮਾਹੌਲ ਜਿੱਦਾਂ ਦਾ ਹੁੰਦਾ ਹੈ। ਉਧਰ ਇੱਕ ਖੁਲਾਸਾ ਇਹ ਹੋ ਗਿਆ ਕਿ ਜਿਹੜੀ ਕੁੜੀ ਸੀਗੀ ਜੀ, ਉਹ ਇਹਦੇ ਨਾਲ ਹੋਟਲ 'ਚ ਗਈ ਸੀਗੀ। ਫਿਰ ਜਦੋਂ ਇਹ ਸਵਾਲ ਉੱਠੇ ਕਿ ਕੁੜੀ ਕੋਈ ਨਾ ਲਿਆ ਤਾਂ ਉਹ ਸਾਹਮਣੇ ਕਿਉਂ ਨਹੀਂ ਆ ਰਹੀ। ਫਿਰ ਉਹ ਕੁੜੀ ਸਾਹਮਣੇ ਆ ਕੇ ਸਾਰੀ ਵਿਥਿਆ ਦੱਸਦੀ ਹੈ ਤਾਂ ਉਹ ਕਹਿੰਦੀ ਹੈ ਕਿ ਦਰਅਸਲ ਹੋਟਲ 'ਚ ਗਿਆ ਦੀ ਉਹ ਵੀ CCTV ਸਾਰੀ ਆਈ ਜਾਣੀ ਸੀ ਬਾਹਰ ਕਿਉਂਕਿ ਹੌਲੀ ਹੌਲੀ ਤੁਹਾਨੂੰ ਪਤਾ ਕੜੀ ਨਾਲ ਕੜੀ ਜੁੜਦੀ ਜਾਂਦੀ ਹੈ। ਤੇ ਹੋਟਲ ਦੇ ਵਿੱਚ ਗਏ ਸੀਗੇ, ਉੱਥੇ ਹੋਟਲ ਵਾਲਿਆਂ ਨੇ ਵੀ ਦੱਸ ਦਿੱਤਾ ਕਿ 2 ਕੁੜੀਆਂ ਆਈਆਂ ਸਨ, ਇਹਨਾਂ ਨੇ ਰੂਮ ਲਿਆ, ਕੁਛ ਮੁੰਡੇ ਆਏ ਸਨ, ਚੰਦ ਮਿੰਟ ਵਾਸਤੇ ਇਕੱਠੇ ਹੋਏ ਨੇ। ਫਿਰ ਇਹਨਾਂ ਦੇ ਵਿੱਚ ਲੜਾਈ ਝਗੜਾ ਹੋਇਆ, ਸ਼ੋਰ ਛੱਪਾ ਹੋਇਆ। ਉਸ ਤੋਂ ਬਾਅਦ ਇਹ ਬਾਹਰ ਆ ਗਿਆ। ਫਿਰ CCTV 'ਚ ਦੇਖਿਆ ਗਿਆ ਕਿ ਲੜਾਈ ਝਗੜਾ ਮਾਮੂਲੀ ਜਿਹਾ ਹੋਇਆ। ਉਸ ਤੋਂ ਬਾਅਦ ਇਹ ਦੋਵੇਂ ਜਾਣੀਆਂ ਉੱਥੋਂ ਚਲੇ ਜਾਂਦੀਆਂ ਤੇ ਚੰਦ ਮਿੰਟ ਬਾਅਦ ਇਹ ਮਤਲਬ ਕਿ 1 ਤੋਂ 2 ਦੀ ਸ਼ਾਇਦ CCTV ਦੱਸੀ ਜਾਂਦੀ ਹੈ ਤੇ ਉਸ ਤੋਂ ਚੰਦ ਮਿੰਟ ਬਾਅਦ ਇਹੀ ਐਕਸੀਡੈਂਟ ਜਿਹੜਾ ਵਾਪਰਦਾ ਵਾ। ਤੇ ਦੂਜੇ ਪਾਸੇ ਦੇਖੋ ਉਹ ਜਿਹੜੀ ਕੁੜੀ ਸੀ ਉਹਨੇ ਆ ਕੇ ਇਹ ਗੱਲ ਕਹੀ ਆ ਕਿ ਦੇਖੋ ਜਦੋਂ ਹਿੱਟ ਕੀਤਾ ਗਿਆ ਤਾਂ ਉਸ ਵੇਲੇ ਮੈਂ ਕਾਰ ਦੇ ਦੂਸਰੇ ਪਾਸੇ ਮਤਲਬ ਕਿ ਦੂਜੇ ਪਾਸੇ ਡਿੱਗ ਪਈ ਤੇ ਇਹ ਕਾਰ ਦੇ ਸਾਹਮਣੇ ਡਿੱਗ ਪਈ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਗਿਆ।
ਕਿਉਂਕਿ ਉਹ ਕਹਿੰਦੀ ਕਿ ਇਹ ਨਸ਼ੇ ਦੇ ਵਿੱਚ ਸੀਗੀ, ਮੈਨੂੰ ਕਿਹਾ ਵੀ ਕਿ ਸਕੂਟੀ ਮੈਨੂੰ ਚਲਾਉਣ ਦੇ। ਤਾਂ ਦੂਸਰੇ ਪਾਸੇ ਉਹ ਦੋਸ਼ੀ ਵੀ ਕਹਿ ਰਹੇ ਸੀਗੇ, ਪਹਿਲਾਂ ਤੋਂ ਮੰਨ ਨਹੀਂ ਸੀ ਰਹੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਲਾਸ਼ ਕਿੱਦਾਂ ਵਿੱਚ ਫਸ ਗਈ ਗੱਡੀ ਦੇ, ਕਿਉਂਕਿ ਤੁਸੀਂ ਦੇਖੋ ਨਾ ਟਾਇਰ ਤੇ ਉਹ ਜੋ ਮੜਗਾੜ ਹੁੰਦਾ ਉਹਦੇ ਦਰਮਿਆਨ ਜਿਹੜਾ ਉਹ ਹੁੰਦਾ ਨਾ ਖੱਪਾ, ਉਹਦੇ ਵਿੱਚ ਉਹ ਕੁੜੀ ਫਸ ਗਈ। ਤਾਂ ਘੜੀਸੀ ਗਏ। ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਪਰ ਉਹ ਕੁੜੀ ਕਹਿੰਦੀ ਹੈ ਕਿ ਅਣਗਹਿਲੀ ਇਹਨਾਂ ਦੀ ਹੈ। ਪਰ ਹੁਣ ਕਿਉਂਕਿ ਉੱਥੇ ਮੁੱਕਰਿਆ ਨਹੀਂ ਜਾ ਸਕਦਾ, ਉਹਦੀ ਸਾਰੀ ਗੱਲ ਜਿਹੜੀ ਉਹ ਦੱਸੀ ਹੈ ਕਿ ਉਹਨੂੰ ਮੈਂ ਕਿਹਾ ਸੀਗਾ ਕਿ ਸਕੂਟੀ ਮੈਨੂੰ ਚਲਾ ਲੈਂਦੇ। ਇਹ ਜਿਹੜੇ ਬੈਠੇ ਸਨ ਹੁਣ ਇਹ ਦੋਸ਼ੀ ਕਹਿੰਦੇ ਨੇ ਕਿ ਦੇਖੋ ਜੀ ਉਹ ਕੁੜੀ ਜਿਹੜੀ ਡਗਮਗਾਉਂਦੀ ਜਾ ਰਹੀ ਸੀ ਜੀ, ਇਹਦਾ ਮਤਲਬ ਕਿ ਤੁਹਾਨੂੰ ਹੋਸ਼ ਸੀ। ਹੁਣ ਇਹ ਜੇ ਇੰਨੀ ਹੋਸ਼ ਹੈ ਤਾਂ ਫਿਰ ਤੁਸੀਂ ਇੰਨੀ ਦੂਰ ਤੱਕ ਘੜੀਸੀ ਲਗਾਏ ਉਸ ਕੁੜੀ ਨੂੰ ਤੇ ਤੁਹਾਨੂੰ ਪਤਾ ਨਹੀਂ ਲੱਗਿਆ, ਕਿਉਂਕਿ ਸ਼ੁਰੂ ਦੇ ਵਿੱਚ ਇਹੀ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਕਿ ਉਹ ਕਹਿ ਰਹੇ ਜੀ ਸਾਨੂੰ ਤਾਂ ਪਤਾ ਨਹੀਂ ਲੱਗਿਆ। ਤਾਂ ਖੈਰ ਕੁੱਲ ਮਿਲਾ ਕੇ ਜਿਵੇਂ ਘਰਦਿਆਂ ਨੇ ਕਿਹਾ ਸੀਗਾ ਕਿ ਰੇਪ ਦੀ ਸਾਨੂੰ ਸ਼ੰਕਾ ਹੈ, ਤਾਂ ਉਹਦੇ ਵਿੱਚ ਤਾਂ ਪੁਸ਼ਟੀ ਹੋ ਗਈ ਆ, ਮੈਡੀਕਲ ਹੋ ਗਿਆ। ਪੋਸਟਮਾਰਟਮ ਦੇ ਵਿੱਚ ਤੁਹਾਨੂੰ ਪਤਾ ਕਿ ਵੱਖਰੇ ਤੌਰ ਤੇ ਇਹਨਾਂ ਚੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਕਹਿੰਦੇ ਕਿ ਗੁਪਤ ਅੰਗ ਤੇ ਸੱਟ ਨਹੀਂ ਲੱਗੀ, ਡਾਕਟਰੀ ਰਿਪੋਰਟ ਇਹ ਕਹਿੰਦੀ ਹੈ ਜਿੱਥੋਂ ਜ਼ਾਹਰ ਹੈ ਕਿ ਇਹ ਹਾਦਸਾ ਹੈ। ਪਰ ਇਸ ਹਾਦਸੇ ਦੇ ਵਿੱਚ ਕਈ ਸਵਾਲ ਖੜੇ ਹੁੰਦੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਦਿੱਲੀ ਪੁਲਿਸ ਵੱਖ-ਵੱਖ ਥਿਊਰੀਆਂ ਪੇਸ਼ ਕਰਕੇ ਉਹਨਾਂ ਨੂੰ ਸਟੈਬਲਿਸ਼ ਕਰਕੇ ਤੇ ਉਹ ਛੁੱਟ ਜਾਂਦੀ ਹੈ। ਤੁਸੀਂ ਵੇਖੋ ਵਿਜੇ ਜੀ, ਨਵਾਂ ਸਾਲ ਦਾ ਮੌਕਾ, ਪੁਲਿਸ ਅਲਰਟ ਤੇ, ਦਿੱਲੀ ਰਾਜਧਾਨੀ ਔਰ 14 ਕਿਲੋਮੀਟਰ ਤੀਕ ਕੋਈ ਲਾਸ਼ ਘੜੀਸੀ ਲੈ ਜਾ ਰਿਹਾ ਹੈ, ਔਰ ਉਹ ਵੀ ਸ਼ਰਾਬੀ ਹਾਲਤ ਦੇ ਵਿੱਚ। ਸਾਰੇ ਹੀ ਫੁੱਲ ਮਿਊਜ਼ਿਕ ਛੱਡਿਆ ਹੋਇਆ, ਪੁਲਿਸ ਕਿਤੇ ਵੀ ਨਹੀਂ ਖਲੋਤੀ, ਪੁਲਿਸ ਕਿਤੇ ਵੀ ਐਕਸ਼ਨ 'ਚ ਨਜ਼ਰ ਨਹੀਂ ਆਉਂਦੀ। ਇਹ ਤਾਂ ਰਾਹਗੀਰਾਂ ਨੇ ਕਾਲ ਕੀਤੀ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਜੀ। ਜਿਹੜੀ ਹੁਣ ਉਹੀ ਗੱਲ ਹੈ ਨਾ ਜੀ, ਡਰਿੰਕਿੰਗ ਐਂਡ ਡਰਾਈਵਿੰਗ ਵਾਲੀ ਜਿਹੜੀ ਸਮੱਸਿਆ, ਉਹਨੂੰ ਹੁਣ ਕਿੱਦਾਂ ਐਡਰੈਸ ਕੀਤਾ ਜਾਵੇ? ਅੱਛਾ, ਹੁਣ ਇਹ ਆਪਣੇ ਆਪ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਨਾ 14 ਕਿਲੋਮੀਟਰ ਕੋਈ ਪੁਲਿਸ ਦੀ ਮੌਜੂਦਗੀ ਹੀ ਨਾ ਹੋਣੀ, ਉਹ ਵੀ ਨਿਊ ਈਅਰ ਵਾਲੇ ਮੌਕੇ ਜਦੋਂ ਪਤਾ ਕਿ ਸ਼ਰਾਬੀ ਡਰਾਈਵਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੋ ਸਕਦਾ ਸੜਕਾਂ ਤੇ, ਉਦੋਂ ਤਾਂ ਪੁਲਿਸ ਦੀ ਤੈਨਾਤੀ ਚਾਹੀਦੀ ਸੀ। ਪਰ ਇਹ ਬੜੀ ਮੰਦਭਾਗੀ ਘਟਨਾ, ਡਿਸਟਰਬਿੰਗ ਘਟਨਾ ਮਿੰਟੂ ਜੀ। ਜੀ ਬਿਲਕੁਲ, ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਪਹਿਲੇ ਦਿਨ ਤਾਂ ਬੜੀਆਂ ਲਾਈਟਲੀ ਲਈਆਂ ਗਈਆਂ। ਜਿਵੇਂ ਹੀ ਮੀਡੀਆ ਦੇ ਵਿੱਚ ਮਾਮਲਾ ਆਇਆ ਉਸ ਤੋਂ ਬਾਅਦ ਫਿਰ ਅਮਿਤ ਸ਼ਾਹ ਜੀ ਨੇ ਇਹ ਰਿਪੋਰਟ ਤਲਬ ਕੀਤੀ ਇਸ ਕੇਸ ਦੀ, ਤਾਂ ਉਸ ਤੋਂ ਬਾਅਦ ਫਿਰ ਬਹੁਤ ਹਰਕਤ 'ਚ ਆ ਗਿਆ ਪ੍ਰਸ਼ਾਸਨ। ਇਸ ਕਰਕੇ ਇਹ ਵੇਖਣ ਦੀ ਗੱਲ ਆ ਕਿ ਬਈ ਜਦੋਂ ਦਿੱਲੀ ਦੇ ਵਿੱਚ ਕੈਪੀਟਲ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਆ ਕਿ 14 ਕਿਲੋਮੀਟਰ ਤੱਕ ਗੱਡੀ 'ਚ ਫਸੀ ਲਾਸ਼ ਕੋ ਘੜੀਸੀ ਲੈ ਜਾ ਰਿਹਾ ਹੈ, ਔਰ ਉਹ ਵੀ ਬਹੁਤ ਜ਼ਿਆਦਾ ਸ਼ਰਾਬੀ ਹਾਲਤ ਦੇ ਵਿੱਚ, ਤਾਂ ਫਿਰ ਦੂਜੀਆਂ ਥਾਵਾਂ ਤੇ ਤਾਂ ਫਿਰ ਰੱਬ ਹੀ ਰਾਖਾ ਕਹਿ ਸਕਦੇ ਹਾਂ। ਮਿੰਟੂ ਜੀ, ਉਧਰੋਂ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਤੋਂ ਖਬਰ ਇਹ ਆ ਰਹੀ ਹੈ ਕਿ ਉੱਥੇ ਮਸ਼ਹੂਰ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਦਾ ਕੀ ਡਿਟੇਲ ਹੈ ਜੀ ਇਸ ਖਬਰ ਦੀ? ਦੇਖੋ, ਗੁਰਪ੍ਰੀਤ ਸਿੰਘ ਗਿੰਦਰੂ ਪੱਖਰਵੱਡ ਪਿੰਡ ਦਾ ਸੀਗਾ, ਬਹੁਤ ਚੋਟੀ ਦਾ ਖਿਡਾਰੀ ਸੀ ਇਹ ਵੀ, ਪਰ ਹੁਣ 45 ਸਾਲ ਦੀ ਏਜ ਦਾ ਹੋ ਗਿਆ ਸੀਗਾ। ਮਨੀਲਾ ਚੱਲ ਗਿਆ, ਉੱਥੇ ਜਾ ਕੇ ਦੱਸਦੇ ਆ ਕਿ ਕਬੱਡੀ ਦੀ ਕੋਚਿੰਗ ਵਗੈਰਾ ਦਿਆ ਕਰਦਾ ਸੀਗਾ। ਪਰ ਦੋ ਤਰ੍ਹਾਂ ਦੀਆਂ ਖਬਰਾਂ ਨੇ, ਕੋਈ ਤਾਂ ਕਹਿ ਰਿਹਾ ਕਿ ਕੰਮ ਤੋਂ ਵਾਪਸ ਆ ਰਿਹਾ ਸੀਗਾ ਤਾਂ ਸ਼ੂਟ ਕੀਤਾ ਗਿਆ, ਕੁਝ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਸੁੱਤੇ ਪਏ ਨੂੰ ਗੋਲੀ ਮਾਰੀ ਗਈ। ਗੋਲੀ ਵੈਸੇ ਸਿਰ ਦੇ ਵਿੱਚ ਵੱਜੀ ਆ। ਤਾਂ ਹੁਣ ਇਹ ਅਸਲ ਦੇ ਵਿੱਚ ਤਾਂ ਤਸਵੀਰ ਜਿਹੜੀ ਆ ਉਹ ਸਵੇਰੇ ਹੀ ਸਪਸ਼ਟ ਹੋਏਗੀ। ਹਾਲ ਦੀ ਘੜੀ ਤੇ ਜਿੰਨੀਆਂ ਕੋ ਰਿਪੋਰਟਾਂ ਨੇ ਉਹ ਸਾਰੀਆਂ ਇਹੀ ਕਹਿੰਦੀਆਂ ਨੇ ਕਿ ਗੋਲੀ ਮਾਰੀ ਗਈ ਆ, ਸ਼ੂਟ ਕੀਤਾ ਗਿਆ, ਪਰ ਇਹ ਅਜੇ ਸਪਸ਼ਟ ਨਹੀਂ ਹੈ ਕਿ ਸੁੱਤੇ ਪਿਆਂ ਗੋਲੀ ਵੱਜੀ ਆ ਜਾਂ ਜਿਵੇਂ ਤੁਸੀਂ ਅੱਗੇ ਵੀ ਵੇਖਿਆ ਹੋਣਾ ਮਨੀਲਾ ਦੇ ਵਿੱਚ ਸਾਰਾ ਕੁਝ ਚੱਲਦਾ ਹੈ। ਬਹੁਤ ਸਾਰੇ ਪੰਜਾਬੀ ਉੱਥੇ ਵੀ ਕਤਲ ਹੋਏ ਨੇ, ਔਰ ਇੱਥੇ ਵੀ ਕੁਛ ਨਾ ਕੁਛ ਜਿੱਦਾਂ ਕਹਿ ਲਈਏ ਕਿ ਗੈਂਗ ਜਾਂ ਧੜੇ ਜਿਹੜੇ ਆ ਉਹ ਪਹੁੰਚ ਚੁੱਕੇ ਆ। ਇਹ ਤਾਂ ਵੈਸੇ ਹੁਣ ਓਵਰਆਲ ਜਿੱਥੇ ਜਿੱਥੇ ਆਪਣੀ ਵਸੋਂ ਹੈਗੀ ਆ ਪੰਜਾਬੀਆਂ ਦੀ, ਉੱਥੇ ਹੀ ਚਿੰਤਾ ਤੁਰ ਕਰਨ ਵਾਲੀ ਗੱਲ ਆ ਕਿ ਇੱਕ ਗੈਂਗ ਦੇ ਹੌਲੀ ਹੌਲੀ ਬੰਦੇ ਨਿਕਲੇ ਬਾਹਰ, ਦੂਜੀ ਗੈਂਗ ਦੇ ਵੀ ਜੁੜਦੇ ਆਏ। ਤਾਂ ਫਿਰ ਤੁਹਾਨੂੰ ਪਤਾ ਹੈ ਤੇ ਕਈ ਵਾਰੀ ਇੱਥੇ ਮਨੀਲਾ ਦੇ ਵਿੱਚ ਆਪਾਂ ਦੇਖਿਆ ਕਿ ਲੈਣ ਦੇਣ ਦਾ ਵੀ ਹਿਸਾਬ ਕਿਤਾਬ ਚੱਲਦਾ। ਕੁਝ ਲੋਕ ਫਾਈਨੈਂਸ ਨਾਲ ਜੁੜੇ ਹੁੰਦੇ ਨੇ, ਉਸ ਧੰਦੇ ਨਾਲ ਜੁੜੇ ਹੁੰਦੇ ਨੇ, ਤਾਂ ਉਹਦੇ ਵਿੱਚ ਵੀ ਬਹੁਤ ਕਤਲ ਹੋਏ ਆ। ਤਾਂ ਇਸ ਕਰਕੇ ਮੁੱਢਲੇ ਤਾਂ ਆਪਣੇ ਕੋਲ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ, ਪਰ ਵੱਡੀ ਅਪਡੇਟ ਇਹੋ ਹੀ ਆ ਕਿ ਗੁਰਪ੍ਰੀਤ ਸਿੰਘ ਗਿੰਦਰੂ ਮਸ਼ਹੂਰ ਕਬੱਡੀ ਖਿਡਾਰੀ ਜਿਹੜੇ ਉਹ ਕਤਲ ਕਰ ਦਿੱਤੇ ਗਏ ਨੇ ਜੀ। ਮਿੰਟੂ ਜੀ, ਜਿਹੜੇ ਟਰੱਕ ਆਪਰੇਟਰਸ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ, ਜਿਹੜਾ ਦਿੱਲੀ ਜਿਨ੍ਹਾਂ ਲੋਕਾਂ ਨੇ ਆਉਣਾ ਜਾਣਾ ਸੀ, ਕਿਉਂਕਿ ਸ਼ੰਭੂ ਬਾਰਡਰ ਦੇ ਕੋਲ ਜਿਹੜੇ ਟਰੱਕ ਆਪਰੇਟਰ ਸੀਗੇ ਉਹ ਵੀ ਧਰਨਾ ਲਗਾ ਕੇ ਬੈਠੇ ਸੀਗੇ। ਹੁਣ ਉਹ ਧਰਨਾ ਵਗੈਰਾ ਹੁਣ ਕੀ ਸਟੇਟਸ ਹੈ ਜੀ? ਤੇ ਕਹਿੰਦੇ CM ਦੇ ਨਾਲ ਕੱਲ ਨੂੰ ਮੀਟਿੰਗ ਹੋਣੀ ਆ, ਉਸ ਬਾਰੇ ਵੀ ਅਪਡੇਟ ਜ਼ਰੂਰ ਦਿਓ ਜੀ। ਹਾਂਜੀ, ਦੇਖੋ ਉੱਥੇ ਹਾਲ ਦੀ ਘੜੀ ਧਰਨਾ ਮੌਜੂਦ ਆ। ਵੈਸੇ ਸ਼ੰਭੂ ਬਾਰਡਰ ਆਪਣੇ ਉਦੋਂ ਸਾਰੇ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਗੂੰਜਿਆ ਸੀਗਾ ਜਦੋਂ ਉੱਥੇ ਦੀਪ ਸਿੱਧੂ ਹੋਰਾਂ ਨੇ ਮੋਰਚਾ ਲਾਇਆ ਸੀਗਾ ਜੀ। ਤਾਂ ਸ਼ੰਭੂ ਮੋਰਚੇ ਦੇ ਵਿੱਚ ਉਹ ਥਾਂ ਮਸ਼ਹੂਰ ਹੋ ਗਈ ਸੀਗੀ। ਤਾਂ ਖੈਰ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਹਾਲੇ ਵੀ ਧਰਨਾ ਉੱਥੇ ਜਾਰੀ ਆ।
ਰੂਟ ਡਾਇਵਰਟ ਕੀਤੇ ਗਏ, ਖੱਜਲ ਖੁਆਰੀ ਹੈਗੀ ਆ ਹਾਲੇ ਵੀ। ਦੂਜੀ ਗੱਲ ਇਹ ਆ ਕਿ ਭਲਕੇ ਮੀਟਿੰਗ ਹੋਣ ਜਾ ਰਹੀ ਆ। ਤੀਜੀ ਗੱਲ ਕਿ ਮੁੱਦਾ ਕੀ ਹੈ, ਮੁੱਦੇ ਦਾ ਇਹ ਪਿਛੋਕੜ ਹੈ। ਤੁਹਾਨੂੰ ਯਾਦ ਹੋਏਗਾ ਅਮਰਿੰਦਰ ਸਿੰਘ ਜਦੋਂ ਸੱਤਾ ਚ ਆਏ ਸਨ ਤਾਂ ਉਹਨਾਂ ਨੇ ਆਉਂਦਿਆਂ ਹੀ ਇਹ ਜਿਹੜੀਆਂ ਟਰੱਕ ਯੂਨੀਅਨਾਂ ਨੇ ਉਹ ਉਹਨਾਂ ਨੂੰ ਭੰਗ ਕਰ ਦਿੱਤਾ ਸੀਗਾ। ਜਦੋਂ ਉਹਨਾਂ ਨੂੰ ਭੰਗ ਕਰ ਦਿੱਤਾ ਉਦੋਂ ਤੇ ਬੋਲੇ ਨਹੀਂ, ਚਲੋ ਉਦੋਂ ਉਹਨਾਂ ਨੂੰ ਵੀ ਇਹੀ ਸੀਗਾ ਕਿ ਸ਼ਾਇਦ ਅਮਰਿੰਦਰ ਸਿੰਘ ਆਏਗਾ ਤਾਂ ਸਾਰਾ ਕੁਝ ਸੈੱਟ ਹੋ ਜਾਏਗਾ, ਠੀਕ ਹੋ ਜਾਏਗਾ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹ ਚਲੇ ਗਏ, ਅਮਰਿੰਦਰ ਸਿੰਘ ਚੰਨੀ ਜੀ ਆ ਗਏ, ਤਾਂ ਇਹਨਾਂ ਨੇ ਮੂੰਹ ਜ਼ਬਾਨੀ ਕਹਿ ਦਿੱਤਾ ਸੀਗਾ ਕਿ ਅਸੀਂ ਇਹ ਯੂਨੀਅਨਾਂ ਬਹਾਲ ਕਰ ਰਹੇ ਹਾਂ। ਪਰ ਅਸਲ ਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਨੋਟੀਫਾਈਡ, ਜਿੱਦਾਂ ਪਹਿਲਾਂ ਡੀਨੋਟੀਫਾਈਡ ਕਰ ਦਿੱਤਾ। ਤੁਹਾਨੂੰ ਪਤਾ ਜ਼ਾਹਰਾ ਤੌਰ ਤੇ ਕਿ ਜਦੋਂ ਤੱਕ ਚੀਜ਼ ਫੇਰ ਦੁਬਾਰਾ ਨੋਟੀਫਾਈਡ ਨਹੀਂ ਹੋਏਗੀ ਸਰਕਾਰ ਵੱਲੋਂ ਤਾਂ ਮੂੰਹ ਜ਼ਬਾਨੀ ਤੇ ਜੋ ਮਰਜ਼ੀ ਕਹਿ ਲਓ। ਅੱਜ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜੀ ਜਿਹੜਾ ਵੀ ਮੰਤਰੀ ਉਹ ਸਰਕਾਰ ਦਾ ਹਿੱਸਾ ਨਹੀਂ ਮੰਨਿਆ ਜਾਏਗਾ, ਉਹ ਜੋ ਵੀ ਬੋਲਦਾ ਹੈ ਉਹ ਕਹਿ ਲਓ ਕਿ ਨਿੱਜੀ ਕਪੈਸਿਟੀ 'ਚ ਬੋਲੇਗਾ ਜੀ। ਤਾਂ ਇੱਥੇ ਤੇ ਮੂੰਹ ਜ਼ਬਾਨੀ ਉਹਨਾਂ ਨੇ ਕਿਹਾ, ਕੋਈ ਕਾਗਜ਼ ਪੱਤਰ ਜਾਰੀ ਨਹੀਂ ਕੀਤਾ, ਤਾਂ ਚਲੋ ਪਸੂੜੀ ਪੈ ਗਈ ਫਿਰ ਨਵੀਂ ਸਰਕਾਰ ਦੇ ਗੱਲ। ਟਰੱਕ ਯੂਨੀਅਨ ਵਾਲਿਆਂ ਨੇ ਏਕਾ ਕਰ ਲਿਆ। ਉਹ ਕਹਿੰਦੇ ਨੇ ਕਿ ਲਿਆਓ ਬਈ ਸਾਨੂੰ ਤੁਸੀਂ ਨੋਟੀਫਾਈਡ ਕਰਕੇ ਸਾਡੀਆਂ ਯੂਨੀਅਨਾਂ ਬਹਾਲ ਕਰਕੇ ਦੇਵੋ ਤੇ ਬਸ ਗੱਲ ਬੰਨੇ ਆ। ਹੁਣ ਸਿਆਪਾ ਕੀ ਹੈ, ਪੰਗਾ ਵਿਚਲਾ ਕੀ ਹੈ? ਪੰਗਾ ਇਹ ਹੈ ਕਿ ਜਿਹੜੇ ਉਦਯੋਗਪਤੀ ਨੇ, ਕਾਰੋਬਾਰੀ ਨੇ, ਉਹਨਾਂ ਨੂੰ ਇਹ ਖਿੱਚ ਰਹੇ ਨੇ। ਤੁਹਾਨੂੰ ਪਤਾ ਹੀ ਹੈ ਸਾਊਥ ਦੀ ਯਾਤਰਾ ਵੀ ਕਰਕੇ ਆਏ ਨੇ ਚੀਫ ਮਿਨਿਸਟਰ ਸਾਹਿਬ। ਇਹਨਾਂ ਨੇ ਫਰਵਰੀ ਦੇ ਵਿੱਚ ਇਨਵੈਸਟਰਸ ਵਾਸਤੇ, ਨਿਵੇਸ਼ਕਾਂ ਵਾਸਤੇ ਇੱਕ ਸਮਿਟ ਵੀ ਰੱਖਿਆ ਹੋਇਆ ਹੈ। ਤੇ ਕਾਰੋਬਾਰੀਆਂ ਨੇ ਤਾਂ ਅਮਰਿੰਦਰ ਸਿੰਘ ਦੇ ਨਾਲ ਗਿਟਮਿਟ ਕਰਕੇ ਉਹਨਾਂ ਨੂੰ ਮਨਾ ਕੇ ਇਹਨਾਂ ਯੂਨੀਅਨਾਂ ਦਾ ਭੋਗ ਪਾਇਆ ਸੀਗਾ ਜੀ। ਹੁਣ ਦੂਸਰੇ ਪਾਸੇ ਇਹ ਮਾਮਲਾ ਜਿਹੜਾ ਹੈ ਉਹ ਫਿਰ ਇਸੇ ਚੱਕਰ 'ਚ ਹੀ ਜੁੜਦਾ ਹੈ। ਇੱਕ ਪਾਸੇ ਤੁਸੀਂ ਨਿਵੇਸ਼ਕਾਂ ਨੂੰ ਸੱਦ ਰਹੇ ਹੋ, ਕਾਰੋਬਾਰੀਆਂ ਨੂੰ ਬੁਲਾਵਾ ਦੇ ਰਹੇ ਹੋ, ਤਾਂ ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਕਾਸਟ ਆ, ਮਤਲਬ ਕਿ ਜੋ ਵੀ ਉਹ ਬਣਾਉਂਦੇ ਨੇ, ਉਤਪਾਦਨ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਜਿਹੜਾ ਭਾੜਾ ਹੈ, ਕਿਉਂਕਿ ਯੂਨੀਅਨਾਂ ਦਾ ਕੀ ਹੈ ਕਿ ਏਕਾ ਹੁੰਦਾ, ਬਾਹਰ ਦਾ ਕੋਈ ਟਰੱਕ ਆ ਕੇ ਮਾਲ ਭਰ ਨਹੀਂ ਸਕਦਾ। ਉਹ ਕਹਿੰਦੇ ਕਿ ਮਨਮਰਜ਼ੀਆਂ ਕਰਦੇ ਨੇ ਵੀ ਇਹਨਾਂ ਦਾ ਭਾੜਾ ਜਿਹੜਾ ਉਹ ਬਹੁਤ ਜ਼ਿਆਦਾ ਬਣ ਜਾਂਦਾ ਤੇ ਫਿਰ ਸਾਡੀ ਕਾਸਟ ਵੱਧ ਜਾਂਦੀ ਹੈ। ਸੋ ਆਹ ਰੇੜਕਾ ਹੈ। ਟਰੱਕ ਆਪਰੇਟਰਸ ਕਹਿੰਦੇ ਕਿ ਇਹਦੇ ਨਾਲ ਸਾਡੇ ਹਿੱਤ ਮਰੇ ਪਏ ਨੇ। ਵੈਸੇ ਇੱਕ ਕਮਾਲ ਦਾ ਫੈਕਟ ਹੈ ਇਸ ਮਾਮਲੇ 'ਚ ਕਿ ਯੂਨੀਅਨਾਂ ਹਾਲੇ ਨੋਟੀਫਾਈਡ ਨਹੀਂ ਹੋਈਆਂ ਦੁਬਾਰਾ, ਪਰ ਇਹਨਾਂ ਦੇ ਬੰਦੇ ਜਾ ਕੇ ਜਿਵੇਂ ਸਰਕਾਰ ਬਣੀ ਛਿੱਤਰੋ ਛਿੱਤਰੀ ਹੋ ਕੇ ਟਰੱਕ ਯੂਨੀਅਨਾਂ 'ਚ ਬੈਠ ਵੀ ਗਏ ਸੀਗੇ। ਕਈ ਥਾਵਾਂ ਤੇ ਇਹਨਾਂ ਨੇ ਯੂਨੀਅਨਾਂ ਤੇ ਜਾ ਕੇ ਕਬਜ਼ੇ ਕੀਤੇ ਨੇ। ਸੋ ਇਹਦਾ ਵਿਚਾਲਾ ਰਸਤਾ ਜਿਹੜਾ ਉਹ ਕੱਢਣਾ ਹੀ ਪਏਗਾ। ਵਿਚਾਲੜਾ ਰਸਤਾ ਕੀ ਬਣਦਾ ਹੈ ਕਿ ਤੁਸੀਂ ਦੋਨਾਂ ਧਿਰਾਂ ਨੂੰ ਟੇਬਲ ਤੇ ਲੈ ਆਓ, ਦੋਵੇਂ ਧਿਰਾਂ ਨੂੰ ਇਹ ਦੇ ਦਿਓ ਗਰੰਟੀ ਕਿ ਬਈ ਤੁਹਾਡੇ ਵੀ ਹੱਕ ਨਹੀਂ ਮਾਰੇ ਜਾਣਗੇ, ਤੁਹਾਡੇ ਵੀ ਨਹੀਂ ਮਾਰੇ ਜਾਣਗੇ। ਟਰੱਕ ਆਪਰੇਟਰਸ ਦੀ ਜਿਹੜੀ ਲੁੱਟ ਖਸੁੱਟ ਹੁੰਦੀ ਉਹ ਬੰਦ ਕਰ ਦਿਓ, ਥੋੜਾ ਬਹੁਤਾ ਭਾੜੇ 'ਚ ਫਰਕ ਪੈ ਜਾਏਗਾ। ਸੋ ਇਹ ਚੀਜ਼ਾਂ ਤੁਹਾਨੂੰ ਸੌਰਟ ਕਰਨੀਆਂ ਪੈਣਗੀਆਂ। ਸੋ 2023 ਵੈਸੇ ਜਿਵੇਂ ਆਪਾਂ ਕਹਿੰਦੇ ਕਿ ਨਵੇਂ-ਨਵੇਂ ਗੋਲ ਹੁੰਦੇ ਆ ਬੰਦੇ ਦੇ ਕਿ ਆਹ ਕਰਨਾਗਾ, ਆਹ ਕਰਾਂਗਾ, ਤਾਂ ਇਸੇ ਤਰ੍ਹਾਂ ਸਰਕਾਰ ਵਾਸਤੇ ਵੀ ਨਵੇਂ-ਨਵੇਂ ਚੈਲੰਜ ਹੋਣਗੇ। ਤਾਂ ਉਹਦੇ ਵਿੱਚ ਸਭ ਤੋਂ ਵੱਡਾ ਚੈਲੰਜ ਇਹ ਹੋਏਗਾ ਕਿ ਜਿਹੜੇ ਧਰਨੇ ਚੱਲ ਰਹੇ ਨੇ, ਮੁਸਲਸਲ ਚੱਲ ਰਹੇ ਨੇ, ਇਹਨਾਂ ਧਰਨਿਆਂ ਨੂੰ ਕਿੱਦਾਂ ਖਤਮ ਕੀਤਾ ਜਾਵੇ। ਜੀ ਮਿੰਟੂ ਜੀ, ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕੀਤੇ ਜਾਣ ਸੰਬੰਧੀ ਸਰਕਾਰ ਨੇ ਫੈਸਲਾ ਲਿਆ। ਇਹ ਫੈਸਲਾ ਹੁਣ ਲਿਆ ਗਿਆ ਜੀ। ਮੈਨੂੰ ਇਹ ਗੱਲ ਸੁਣ ਕੇ ਹੈਰਾਨੀ ਹੋ ਰਹੀ ਹੈ ਵੀ ਇਹ ਤੇ ਜਿਸ ਹਿਸਾਬ ਨਾਲ ਸਮੱਸਿਆ ਪਸਰੀ ਹੋਈ ਆ ਤੇ ਜਿੰਨਾ ਜ਼ਿਆਦਾ ਨਸ਼ਿਆਂ ਦੀ ਤਸਕਰੀ ਦੀਆਂ ਖਬਰਾਂ ਅਨਫੋਰਚੂਨੇਟਲੀ ਆਉਂਦੀਆਂ ਰਹਿੰਦੀਆਂ ਨੇ, ਇਹ ਤੇ ਆਲਰੇਡੀ ਲਾਅ ਇਨ ਪਲੇਸ ਹੋਣਾ ਚਾਹੀਦਾ ਸੀ। ਇਹ ਡਿਸੀਜਨ ਹੁਣ ਲਿਆ ਗਿਆ? ਨਹੀਂ, ਦੇਖੋ ਇਹ ਤਾਂ ਚਲੋ ਗੱਲ ਕੀ ਹੈ ਕਿ ਜਿੱਦਾਂ ਕਹਿ ਲਈਏ ਨਾ ਕਿ ਰਿਨਿਊ ਕਰ ਦਿੰਦੇ ਨੇ। ਐਸੇ ਫੈਸਲੇ ਪਹਿਲਾਂ ਹੋਏ ਨੇ ਜੀ। ਐਸੇ ਫੈਸਲੇ ਜਿਹੜੇ ਹੋਏ ਆ, ਜੇ ਆਪਾਂ ਦੇਖੀਏ ਤਾਂ ਅਮਰਿੰਦਰ ਸਰਕਾਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਪ੍ਰਾਪਰਟੀਆਂ ਅਟੈਚ ਕਰਾਂਗੇ, ਕਿਉਂਕਿ ਇਹਨਾਂ ਤੇ ਵੀ ਦਬਾਅ ਬਹੁਤ ਬਣਿਆ ਸੀਗਾ ਨਾ ਕਿ ਤੁਸੀਂ ਬਈ ਇਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਕਰੋ। ਤੇ ਮੈਂ ਇੱਕ ਰਿਪੋਰਟ ਪੜ੍ਹੀ ਸੀਗੀ ਉਸ ਟਾਈਮ ਕਿ 250 ਦੇ ਕਰੀਬ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਹੈ ਨਾ ਉਹ ਇਹਨਾਂ ਨੇ ਅਟੈਚ ਕੀਤੀ ਸੀ, ਪਰ ਕੁਰਕੀ ਕਿਸੇ ਦੀ ਵੀ ਨਹੀਂ ਹੋਈ ਜੀ। ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਵਿੱਚ ਨਿਲਾਮੀ ਕਿਸੇ ਦੀ ਨਹੀਂ ਹੋਈ। ਤਾਂ 353 ਬੜੇ ਵੱਡੇ ਤਸਕਰ ਸੀ ਜਿਨ੍ਹਾਂ ਦੀ 253 ਕਰੋੜ ਦੀ, ਸੌਰੀ ਮੈਂ ਉਹਨੂੰ ਫਿਗਰ ਨੂੰ ਥੋੜਾ ਮੈਨੂੰ ਕਿਉਂਕਿ ਮੂੰਹ ਜ਼ਬਾਨੀ ਯਾਦ ਆ, 253 ਕਰੋੜ ਦੀ ਪ੍ਰਾਪਰਟੀ ਸੀ ਜੋ 4 ਸਾਲਾਂ 'ਚ ਅਟੈਚ ਕੀਤੀ, ਪਰ ਇੱਕ ਵੀ ਨਿਲਾਮ ਨਹੀਂ ਹੋਈ। ਗੱਲ ਤੇ ਇਹ ਕਿ ਹੁਣ ਦੇਖੋ ਇਹ ਕਹਿੰਦੇ ਨੇ ਕਿ ਅਸੀਂ ਭਾਵੇਂ ਕਾਨੂੰਨ 'ਚ ਸੋਧ ਕਰੀਏ, ਕੁਛ ਵੀ ਕਰੀਏ, ਉਹਦੇ ਵਿੱਚ ਨਿਰਵੈਲ ਸਿੰਘ ਦੀ ਇੱਕ ਫਰੀਜ਼ ਕੀਤੀ ਸੀਗੀ ਕੋਠੀ 80 ਲੱਖ ਦੇ ਕਰੀਬ, ਗੁਰਲਾਲ ਦੀ ਸੀ 52 ਲੱਖ ਦੀ, ਇਸ ਤਰ੍ਹਾਂ ਖਾਸੀਆਂ ਸੀ ਉਹ ਪ੍ਰਾਪਰਟੀਆਂ ਜੀ। ਤਾਂ ਕੀਮਤ ਤੁਸੀਂ ਦੇਖ ਸਕਦੇ ਹੋ ਕਿ
253 ਕਰੋੜ ਦੀ ਕਿੰਨੀ ਪ੍ਰਾਪਰਟੀ ਹੋਏਗੀ, ਕਿੰਨੇ ਕੇਸ ਹੋਣਗੇ, ਕਿੰਨੇ ਮਾਮਲੇ ਹੋਣਗੇ। ਤਾਂ ਉਹ ਅਟੈਚ ਤਾਂ ਹੋ ਗਈ, ਪਰ ਨਿਲਾਮੀ ਇੱਕ ਦੀ ਵੀ ਨਹੀਂ ਸੀ ਹੋ ਸਕੀ ਜੀ। ਤਾਂ ਇਸ ਕਰਕੇ ਕਾਨੂੰਨ ਤਾਂ ਹੈਗਾ ਹੀ ਆ, ਸਾਰਾ ਕੁਝ ਹੈਗਾ ਤੁਹਾਡੇ ਕੋਲ। ਇਹ ਕਹਿੰਦੇ ਕਿ ਕਾਨੂੰਨ ਜੇ ਬਣਾਉਣਾ ਪਿਆ, ਸੋਧ ਕਰਨੀ ਪਈ ਤਾਂ ਅਸੀਂ ਕਰ ਲਵਾਂਗੇ, ਪਰ ਗੱਲ ਤੇ ਇਹ ਹੈ ਕਿ ਜਿਹੜਾ ਕਾਨੂੰਨ ਬਣਨ ਤੋਂ ਬਾਅਦ ਇੱਕ ਪ੍ਰੋਸੀਜਰ ਹੁੰਦਾ ਹੈ, ਇੱਕ ਪ੍ਰਕਿਰਿਆ ਹੁੰਦੀ ਹੈ, ਉਹ ਬਹੁਤ ਸਲੋ ਹੈ ਉਰੇ, ਬਹੁਤ ਜ਼ਿਆਦਾ ਸਲੋ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਪ੍ਰਾਪਰਟੀਆਂ, ਵੈਸੇ ਇਹਨਾਂ ਦੀ ਗਿਣਤੀ ਵੀ ਇਤਫਾਕਨ 250 ਤੋਂ 300 ਹੀ ਬਣਦੀ ਹੈ, ਜੇ ਅੰਦਾਜ਼ਾ ਮੋਟੇ ਤੌਰ ਤੇ ਲਾਈਏ 250 ਤੋਂ 300 ਕਰੋੜ ਦੀ ਕੀਮਤ ਹੋਏਗੀ ਇਹਨਾਂ ਦੀ ਹੁਣ ਤੱਕ, ਕਿਉਂਕਿ ਹੋਰ ਵੀ ਜੁੜ ਗਈਆਂ ਹੋਣੀਆਂ, ਪਰ ਬਾਵਜੂਦ ਇਸ ਦੇ ਇਹਨਾਂ ਚੋਂ ਨਿਲਾਮ ਅੱਜ ਤੱਕ ਇੱਕ ਵੀ ਨਹੀਂ ਹੋਈ ਜੀ। ਸੋ ਇਸ ਕਰਕੇ ਤੁਹਾਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਕਦੀ ਅਟੈਚ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਇਹ ਸਾਰਾ ਕੁਝ ਹੋ ਗਿਆ, ਕਿਉਂਕਿ ਦੇਖੋ ਕਾਨੂੰਨੀ ਪਹਿਲੂ ਵੀ ਹੁੰਦੇ ਆ ਨਾ, ਅਗਲੇ ਨੇ ਵੀ ਆਪਣੇ ਆਪਸ਼ਨ ਦੇਖਣੇ ਆ ਕਾਨੂੰਨੀ ਤੌਰ ਤੇ ਕੀ ਹੈ ਉਹਦੇ ਕੋਲੇ। ਬਿਲਕੁਲ। ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਤੁਸੀਂ ਸਖਤੀ ਦੇ ਨਾਲ ਜੇ ਅਮਲ ਚ ਲਿਆਓਗੇ ਤੇ ਤਦ ਹੀ ਹੋ ਸਕਦਾ। ਔਰ ਸਖਤੀ ਦੇ ਨਾਲ ਕੀ ਹੈ ਕਿ ਉਹਦੇ ਵੱਲ ਸੁਗਿਰਦਤਾ ਰੱਖੋ। ਇੱਕ ਵਾਰੀ ਇਹ ਨਹੀਂ ਹੈ ਕਿ ਐਲਾਨ ਕਰਕੇ ਮੁੜ ਕੇ ਭੁੱਲ ਜਾਓ। ਇਸ ਤੋਂ ਇਲਾਵਾ ਫਿਰ ਤੁਹਾਨੂੰ ਇਹ ਗੈਂਗਸਟਰਾਂ ਤੇ ਵੀ ਲਾਗੂ ਕਰਨਾ ਚਾਹੀਦਾ, ਕਿਉਂਕਿ ਗੈਂਗਸਟਰਾਂ ਦੇ ਮਾਇਕ ਅਸਾਸੇ ਸਗੋਂ ਤਸਕਰਾਂ ਨਾਲੋਂ ਵੀ ਤਗੜੇ ਹੋ ਰਹੇ ਨੇ ਅੱਜ ਦੇ ਦੌਰ 'ਚ। ਜੀ ਜੀ ਮਿੰਟੂ ਜੀ, ਇਹ ਕਿਹੜੇ ਹਸਪਤਾਲ ਦੇ ਵਿੱਚ ਇਹ ਕੰਮ ਹੋਇਆ ਕਿ ਚੋਰਾਂ ਤੋਂ ਡਰਦੇ ਹੋਏ ਬੈੱਡ ਸ਼ੀਟਸ ਤੇ ਹੀਟਰਸ ਉਹ ਜਿੰਦੇ ਮਾਰ ਕੇ ਰੱਖਣੇ ਪੈ ਗਏ ਵੀ ਚੋਰਾਂ ਨੂੰ ਵੀ ਚੱਕ ਕੇ ਲੈ ਜਾਂਦੇ ਨੇ? ਬਲਕਾਰ ਸਿੱਧੂ ਨੇ ਇੱਕ ਵਾਰੀ ਗੀਤ ਗਾਇਆ ਸੀ, ਚੋਰਾਂ ਤੋਂ ਡਰਦੀ ਨਹੀਂ ਮੈਂ ਸਾਧਾਂ ਵਿੱਚ ਵੜ ਗਈ, ਉਹ ਵੀ ਨਿਕਲੇ ਠੱਗ ਕੁੜੇ, ਮੈਂ ਰੋਵਾਂ ਕਿਹਦੇ ਗੱਲ ਲੱਗ ਕੁੜੇ ਜੀ। ਤਾਂ ਪੁਰਾਣੇ ਸਮੇਂ 'ਚ ਬਲਕਾਰ ਸਿੱਧੂ ਦੇ ਇਹੋ ਜਿਹੇ ਗੀਤ ਹੁੰਦੇ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਹਸਪਤਾਲਾਂ ਨੂੰ ਹੀ ਖਤਰਾ ਹੋ ਜਾਵੇ ਤਾਂ ਫਿਰ ਤਾਂ ਕਹਿਣਾ ਹੀ ਕੀ ਆ। ਤਾਂ ਇਹ ਬਠਿੰਡੇ ਦਾ ਸਰਕਾਰੀ ਹਸਪਤਾਲ ਆ, ਜਿੱਥੇ ਬੈੱਡਾਂ ਨੂੰ ਵੀ ਜਿੰਦਰਾ, ਜਿੱਥੇ ਰੂਮ ਹੀਟਰ ਹੈ ਉਹਨਾਂ ਨੂੰ ਵੀ ਜਿੰਦਰਾ, ਬੈੱਡ ਸ਼ੀਟਾਂ ਨੂੰ ਵੀ ਲੋਕ, ਮਤਲਬ ਕਿ ਚੋਰ ਕਹਿੰਦੇ ਕਿ ਛੱਡਦੇ ਹੀ ਕੱਖ ਨਹੀਂ ਹੈ। ਤਾਂ ਇਹ ਸਾਰਾ ਕੁਝ ਚਿੱਟੇ ਨੇ ਜਿਹੜਾ ਹੈ ਨਾ ਉਹ ਜੀ ਬਹੁਤ ਖਰਾਬ ਕਰ ਰੱਖਿਆ ਇਹਨਾਂ ਨੇ। ਤਾਂ ਨਾ ਆ ਜਿਹੜੇ ਪੁਲਾਂ ਦੇ ਉੱਤੇ ਆਪਾਂ ਦੇਖਦੇ ਆ ਰੇਲਿੰਗ ਵਾਲੇ ਉਹ ਹੁੰਦੇ ਜੰਗਲੇ ਜੇ, ਇਹਨਾਂ ਨੇ ਤਾਂ ਉਹ ਨਹੀਂ ਛੱਡੇ, ਪੁਲ ਰੋਡੇ ਕਰ ਦਿੱਤੇ ਆ ਜੀ। ਇਹਦੇ ਛੱਡਦੇ ਕੱਖ ਨਹੀਂ ਹੈ। ਇਹ ਤਾਂ ਘਰਾਂ ਦੇ ਵਿੱਚੋਂ ਸਿਲੰਡਰ ਚੱਕਣ ਪੈ ਜਾਂਦੇ ਨੇ। ਆ ਕਿੰਨੇ ਚੋਰ ਫੜਦੇ ਨੇ, ਲੋਕ ਕੁੱਟਦੇ ਨੇ, ਸਨੈਚਰ ਨੇ। ਇਹ ਜਿਹੜੀਆਂ ਘਟਨਾਵਾਂ ਆਪਾਂ ਦੇਖਦੇ ਆ ਛੋਟੀਆਂ ਮੋਟੀਆਂ ਕਹਿ ਲਓ, ਇਹ ਸਾਰੀਆਂ ਜੁੜਦੀਆਂ ਨੇ ਡਰੱਗੀਆਂ ਦੇ ਨਾਲ ਜੀ। ਡਰੱਗੀ ਵੀ ਕਿਹੜੇ ਆ ਕਿ ਜਿਹੜੇ ਛੋਟੇ ਡਰੱਗੀ ਨੇ, ਛੋਟੇ ਡਰੱਗੀ ਭਾਵ ਕਿ ਛੋਟੇ ਗਰੀਬ, ਜਾਂ ਮਤਲਬ ਕਿ ਉਹ ਮਾੜਾ ਮੋਟਾ ਵੇਚ ਲਿਆ, ਮਾੜਾ ਮੋਟਾ ਖਾ ਲਿਆ। ਉਹਨਾਂ ਦੀਆਂ ਜਦੋਂ ਲੋੜਾਂ ਘਰਾਂ 'ਚ ਪੂਰੀਆਂ ਨਹੀਂ ਹੁੰਦੀਆਂ, ਕਮਾਈ 'ਚੋਂ ਪੂਰੀਆਂ ਨਹੀਂ ਹੁੰਦੀਆਂ, ਤਾਂ ਫਿਰ ਇਸ ਤਰ੍ਹਾਂ ਚੋਰੀਆਂ ਕਰਦੇ ਆ। ਤਾਂ ਵਾਕਿਆ ਬਠਿੰਡੇ ਦਾ ਹਸਪਤਾਲ ਰੋਂਦਾ ਹੋਏਗਾ ਆਪਣੀ ਹੋਣੀ ਨੂੰ ਕਿ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਪੁੱਤਾਂ ਤੋਂ ਹੀ ਮੇਰੀ ਰਾਖੀ ਜਿੰਦਰੇ ਕਰਨ ਲੱਗ ਪਏ ਨੇ, ਜਿਹੜੇ ਕਿ ਮੇਰੇ ਆਪਣੇ ਘਰ ਦੇ ਜਿੰਦਰੇ ਬਣਨੇ ਸੀਗੇ ਜੀ ਜੀ। ਮਿੰਟੂ ਜੀ, ਜਿਹੜੀ ਅਗਲੀ ਖਬਰ ਬਾਰੇ ਆਪਾਂ ਗੱਲ ਕਰਨੀ ਆ, ਇਹ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਹੈ। ਇੱਥੇ ਕੈਨੇਡਾ ਦੇ ਵਿੱਚ ਵੀ ਅਸੀਂ ਹੁਣ ਰੈਗੂਲਰਲੀ ਅਨਫੋਰਚੂਨੇਟਲੀ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਪੰਜਾਬ ਤੋਂ ਆਏ ਨੌਜਵਾਨ ਦੀ ਮੌਤ ਹੋ ਗਈ। ਉਮਰ ਬੜੀ ਘੱਟ, ਕਈ ਵਾਰ 20s ਦੇ ਵਿੱਚ ਹੀ ਉਮਰ ਹੁੰਦੀ ਆ, ਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਆ। ਕਈ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਪਰ ਜਿਹੜੀਆਂ ਦੁਰਘਟਨਾਵਾਂ ਦੇ ਨਾਲੋਂ ਜ਼ਿਆਦਾ ਕਿਤੇ ਚਿੰਤਾ ਇਸ ਗੱਲ ਦੀ ਹੋ ਰਹੀ ਹੈ ਕਿ ਪੰਜਾਬੀ ਨੌਜਵਾਨ ਜਿਹੜੇ ਆਪਣੀਆਂ ਜਾਨਾਂ ਗਵਾ ਰਹੇ ਨੇ ਦਿਲ ਦਾ ਦੌਰਾ ਪੈਣ ਕਰਕੇ। ਹੁਣ ਉਸ ਦੀ ਗੂੰਜ ਪੰਜਾਬ ਦੇ ਵਿੱਚ ਵੀ ਸੁਣਨ ਨੂੰ ਮਿਲ ਰਹੀ ਹੈ ਆਫਕੋਰਸ, ਕਿਉਂਕਿ ਪਿੱਛੇ ਪਰਿਵਾਰ ਵਾਸਤੇ ਬਹੁਤ ਵੱਡੀ ਚਿੰਤਾ ਬਣ ਜਾਂਦੀ, ਬਹੁਤ ਪਹਾੜ ਟੁੱਟ ਪੈਂਦਾ ਦੁੱਖਾਂ ਦਾ ਜਦੋਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਘਟਨਾ ਵਾਪਰਦੀ ਆ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਜੀ? ਕੀ ਸੁਣਨ ਨੂੰ ਮਿਲ ਰਿਹਾ ਤੁਹਾਨੂੰ ਉੱਥੇ ਇਸ ਮੁਤਲਕ? ਦੇਖੋ ਵਿਜੇ ਜੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੈਨੇਡਾ ਹੁਣ ਪੰਜਾਬੀਆਂ ਦਾ ਦੂਜਾ ਘਰ ਬਣ ਗਿਆ ਜੀ। ਤੇ ਜਦੋਂ ਇਸ ਤਰ੍ਹਾਂ ਲਾਂਭਿਓ ਖਬਰਾਂ ਆਉਂਦੀਆਂ ਨੇ, ਆਪਣੇ ਨਾਨਕੇ ਦਾਦਕੇ ਸ਼ਰੀਕੇ ਕਬੀਲੇ ਇਸ ਤਰ੍ਹਾਂ ਵੰਡੇ ਹੁੰਦੇ ਨੇ ਜਿਹੜੇ, ਤਾਂ ਕਿਤੋਂ ਵੀ ਖਬਰ ਕੋਈ ਆਵੇ ਤਾਂ ਮਨ ਨੂੰ ਟੁੰਬਦੀ ਹੈ। ਕਿਉਂਕਿ ਹੁਣ ਕੈਨੇਡਾ 'ਚ ਏਦਾਂ ਕਹਿ ਲਓ ਕਿ ਇੱਕ ਸੁਪਨਾ ਪਲਦਾ ਕਿ ਸਾਡਾ ਬੱਚਾ ਵੀ ਚੱਲ ਜਾਵੇ ਜੀ। ਬੱਚਾ ਬਾਅਦ 'ਚ ਜਾਂਦਾ, ਸੁਪਨਾ ਪਹਿਲਾਂ ਉੱਥੇ ਕੈਨੇਡਾ 'ਚ ਪਲਣਾ ਸਟਾਰਟ ਹੋ ਜਾਂਦਾ ਹੈ। ਬਿਲਕੁਲ। ਹੁਣ ਖਬਰਾਂ ਦੋ ਤਰ੍ਹਾਂ ਦੀਆਂ ਡਰਾ ਰਹੀਆਂ ਨੇ। ਇੱਕ ਤਾਂ ਜਿਵੇਂ ਤੁਸੀਂ ਕਿਹਾ ਕਿ ਬਈ ਕੁਛ ਨੌਜਵਾਨ ਜਾਂ ਬੱਚੇ ਹੀ ਕਹਿ ਲਓ ਜਦੋਂ ਜਾਂਦੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਹਾਰਟ ਅਟੈਕ ਆ ਗਿਆ, ਸਟ੍ਰੋਕ ਆ ਗਿਆ, ਉਹ ਮਰ ਰਹੇ ਨੇ। ਚਲੋ ਉਹ ਵੀ ਆਪਾਂ ਕਈ ਕਾਰਨ ਦੇਖ ਸਕਦੇ ਹਾਂ ਕਿ ਕੁਛ ਹੋ ਸਕਦਾ, ਖੁਰਾਕ ਦਾ ਹੋਵੇ ਨੁਕਸ, ਜੈਨੇਟਿਕਲੀ ਪ੍ਰੋਬਲਮ ਹੋ ਸਕਦੀ ਹੈ, ਕੋਈ ਠੰਡ ਦਾ ਫਰਕ ਹੋ ਸਕਦਾ ਆ, ਕੁਛ ਵੀ ਕੋਈ ਮਤਲਬ ਕਿ ਕਿਸੇ ਖਾਸ ਮਾਮਲੇ ਦੇ ਵਿੱਚ ਕੋਈ ਹੋਰ ਕਾਰਨ ਵੀ ਵਜ੍ਹਾ, ਕੋਈ ਡਰੱਗ ਵਗੈਰਾ ਵੀ ਹੋ ਸਕਦਾ। ਯਾਨੀ ਇਹ ਤਾਂ ਚਲੋ ਮੈਡੀਕਲ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਜਿਹੜੇ ਬੱਚੇ ਹੁਣ 1-2 ਦਿਨਾਂ 'ਚ ਹੀ ਜਾ ਕੇ ਉੱਥੇ ਖਤਮ ਹੋ ਗਏ, ਜਿਵੇਂ ਹੁਣ ਪਟਿਆਲੇ ਦਾ ਇੱਕ ਬੱਚਾ ਇੱਥੇ ਉਤਰਿਆ ਸੀਗਾ ਤਾਂ ਉਹ ਦੂਜੇ ਤੀਜੇ ਦਿਨ ਹੀ ਖਤਮ ਹੋ ਗਿਆ ਹਾਰਟ ਅਟੈਕ ਨਾਲ। ਇਹ ਕਾਫੀ ਕਹਿ ਲਓ ਕਿ ਜਾਂਚ ਪੜਤਾਲ ਦਾ ਵਿਸ਼ਾ ਹੈ, ਇਹ ਤਾਂ ਡੂੰਘੇ ਅਧਿਐਨ ਦਾ ਵਿਸ਼ਾ ਹੈ। ਪਰ ਦੂਸਰੇ ਪਾਸੇ ਦੂਜੀਆਂ ਵੀ ਖਬਰਾਂ ਆ ਰਹੀਆਂ ਨੇ। ਹੁਣ ਜਿੱਦਾਂ ਉਦਾਹਰਨ ਦੇ ਤੌਰ ਤੇ ਅੱਜ ਇੱਕੋ ਦਿਨ
ਐਡਮਿੰਟਨ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਹੋਈ ਹੈ ਜੀ ਰਾਈਟ, ਉਹਦੀ ਖਬਰ ਆ ਗਈ ਕਿ ਉਹਦੇ ਵਿੱਚ ਉਹਦੀ ਸ਼ਾਇਦ ਬੇਟੀ ਵੀ ਜ਼ਖਮੀ ਹੈ। ਤਾਂ ਦੂਸਰੇ ਪਾਸੇ ਅੱਜ ਹੀ, ਕਿਉਂਕਿ ਸਾਡੇ ਹੁਣ ਇੱਥੇ ਤੁਹਾਨੂੰ ਪਤਾ ਘਰ ਘਰ ਦੇ ਵਿੱਚ ਫੋਨ ਆ ਅੱਜ ਕੱਲ, ਤੇ ਮਾਈਆਂ ਬੀਬੀਆਂ ਦੇ ਹੱਥਾਂ 'ਚ ਵੀ ਫੋਨ ਆ। ਤਾਂ ਉਦਾਂ ਹੀ ਇੱਕ ਮੁੰਡਾ ਹੋਰ ਬਹੁਤ ਸੋਹਣਾ ਸੁਨੱਖਾ ਸੀ ਚੰਦੇਲੀ ਪਿੰਡ ਦਾ, ਮੋਹਿਤ, ਉਹਦੀ ਵੀ ਇੱਥੇ ਹੱਤਿਆ ਹੋਈ ਹੈ ਕੈਨੇਡਾ ਦੇ ਵਿੱਚ ਜੀ। ਤਾਂ ਉਹਦੀ ਲਾਸ਼ ਸ਼ਾਇਦ 31 ਦਸੰਬਰ ਤੇ 1 ਜਨਵਰੀ ਦੀ ਰਾਤ ਨੂੰ ਮਿਲੀ ਆ। ਤਾਂ ਉਹ ਮੁੰਡਾ ਜਿਹੜਾ, ਉਹਦੀ ਫੋਟੋ ਵੀ ਮਤਲਬ ਕਿ ਅੱਜ ਹੀ ਇੱਥੇ ਛਾਇਆ ਹੋਈ ਆ। ਹੁਣ ਦੇਖੋ ਇੱਕੋ ਦਿਨ 'ਚ 2, ਫਿਰ ਪਿੱਛੇ ਹੀ ਇੱਕ ਹੁਣੇ ਐਕਸੀਡੈਂਟ ਦੀ ਖਬਰ ਮੈਂ ਦੇਖ ਰਿਹਾ ਸੀਗਾ ਕਿ ਕੋਈ ਮੁੰਡਾ ਐਕਸੀਡੈਂਟ ਦੇ ਵਿੱਚ ਮਰ ਗਿਆ ਜੀ। ਹੁਣ ਪਤਾ ਨਹੀਂ ਕੈਨੇਡਾ ਦੇ ਕਿਹੜੇ ਸ਼ਹਿਰ ਦੀ ਗੱਲ ਹੈ। ਤਾਂ ਹੁਣ ਜਦੋਂ 3-4 ਲਗਾਤਾਰ ਇਹ ਖਬਰਾਂ ਆਈ ਜਾਣਗੀਆਂ, ਹਾਲਾਂਕਿ ਲੋਕਾਂ ਨੂੰ ਪਤਾ ਨਹੀਂ ਹੋਏਗਾ, ਮੇਰੇ ਵਰਗਿਆਂ ਨੂੰ ਬਹੁਤ ਸਾਰਿਆਂ ਨੂੰ ਪੰਜਾਬ 'ਚ ਬੈਠੇ ਨੂੰ, ਕਿ ਕੈਨੇਡਾ ਬਹੁਤ ਵੱਡਾ ਮੁਲਕ ਹੈ। ਹਾਦਸੇ ਜਾਂ ਮੌਤਾਂ ਉਹ ਤਾਂ ਸਾਰੇ ਸੰਸਾਰ ਵਾਂਗੂ ਬਈ ਚੱਲਦਾ, ਉਹ ਪਾਰਟ ਹੈ ਲੁਕਾਈ ਦਾ। ਪਰੰਤੂ ਗੱਲ ਕੀ ਹੈ ਕਿ ਜਦੋਂ ਆਪਣੀ ਕਿਸੇ ਮਾਮਲੇ ਨਾਲ ਜਾਂ ਕਿਸੇ ਖਿੱਤੇ ਨਾਲ ਜਾਂ ਕਿਸੇ ਦੇਸ਼ ਨਾਲ ਇੱਕ ਜੁੜਾਵ ਹੋ ਜਾਂਦਾ ਹੈ ਜ਼ਹਿਨੀਅਤ ਤੌਰ ਤੇ, ਉਹ ਘਟਨਾਵਾਂ ਟੁੰਬਦੀਆਂ। ਬਿਲਕੁਲ, ਇਹ ਗੱਲ ਸਹੀ ਤੁਹਾਡੀ। ਇੱਥੇ ਇਹੀ ਕੁਝ ਹੋ ਰਿਹਾ, ਇੱਥੇ ਇਹੀ ਕੁਝ ਹੋ ਰਿਹਾ ਵਾ। ਤਾਂ ਜਿਵੇਂ ਹੁਣ ਇੱਕ ਦਿਨ 'ਚ 3 ਖਬਰਾਂ, ਐਕਸੀਡੈਂਟ ਦੀ ਵੀ ਆ ਗਈ, ਸ਼ੂਟ ਆਊਟ ਦੀ ਵੀ ਆ ਗਈ, ਤੇ ਜਾਂ ਕਹਿ ਲਓ ਕਿ ਕੱਲ ਪਰਸੋਂ ਨੂੰ ਜੇ ਕਿਤੇ ਮੰਨ ਲਓ ਕੋਈ ਹੋਰ ਪੜ੍ਹਨ ਨੂੰ ਮਿਲ ਜਾਂਦੀ, ਖੁਦਾ ਨਾ ਖਾਸਤਾ, ਕਿ ਜਿੱਦਾਂ ਗੈਂਗਵਾਰ ਵਿੱਚ ਵੀ ਤੁਹਾਡੇ ਕੋਈ ਨਾ ਕੋਈ ਮਹੀਨੇ 2 ਮਹੀਨਿਆਂ 'ਚ ਇਹ ਖਬਰ ਆ ਜਾਂਦੀ ਹੈ, ਹੁਣ ਤਾਂ ਕੁਝ ਹਫ਼ਤਿਆਂ ਬਾਅਦ ਹੀ ਆ ਜਾਂਦੀ। ਤਾਂ ਇਸ ਤਰ੍ਹਾਂ ਥੋੜਾ ਜਿਹਾ ਡਰ ਦਾ ਮਾਹੌਲ ਜ਼ਰੂਰ ਹੁੰਦਾ। ਡਰ ਦੇ ਨਾਲ ਚਿੰਤਾ ਵਧੇਰੇ ਆ ਕਿ ਬੱਚਾ ਬਈ ਇੱਥੇ ਹੀ ਪਹਿਲੀ ਗੱਲ ਆ ਕਿ ਕਨਫਿਊਜ਼ਨ ਹੁੰਦੀ ਹੈ ਕਿ ਕੀ ਕਰੀਏ। ਹੁੰਦਾ ਕਿ ਕੈਨੇਡਾ ਸਾਡੀ ਆਸ ਹੈ, ਉਮੀਦ ਹੈ ਕਿ ਬੱਚਾ ਉੱਥੇ ਕਰ, ਤਾਂ ਉੱਥੋਂ ਵੀ ਜੇ ਖਬਰਾਂ ਆਉਣਗੇ ਤਾਂ ਵਾਕਿਆ ਥੋੜਾ ਮਾਮਲਾ ਡਰਾਵਨਾ। ਪਰ ਕਤਲ ਕੁਝ ਜ਼ਿਆਦਾ ਹੀ ਹੋ ਰਹੇ ਨੇ। ਸਨਰਾਜ ਦਾ ਕਤਲ ਹੋਇਆ ਅਲਬਰਟਾ ਦੇ ਵਿੱਚ, ਫਿਰ ਅੰਟਾਰੀਓ ਦੇ ਵਿੱਚ ਮੇਰੇ ਖਿਆਲ ਦੇ ਨਾਲ ਪਵਨਪ੍ਰੀਤ ਕੌਰ ਮਾਰੀ ਗਈ, BC ਦੇ ਵਿੱਚ ਮਹਿਕਪ੍ਰੀਤ। ਮਤਲਬ ਕਿ ਇਸ ਤਰ੍ਹਾਂ ਸ਼ੂਟ ਆਊਟ ਜਾਂ ਇਸ ਤਰ੍ਹਾਂ ਦੇ ਕਤਲ ਜਿਹੜੇ ਆ, ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਜੋ ਅਸੀਂ ਸੋਚਦੇ ਹਾਂ ਕਿ ਬੈਠੇ, ਬਾਕੀ ਤੁਸੀਂ ਦੱਸ ਦੇਣਾ ਥੋੜਾ ਜਿਹਾ, ਤੁਹਾਡਾ ਵੀ ਮੈਂ ਟੇਕ ਲੈਣਾ ਚਾਹਾਂਗਾ ਕਿ ਸ਼ਾਇਦ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਸਟਰਗਲਰ ਬੱਚੇ ਆ, ਉਹਨਾਂ ਨੂੰ ਕੰਮ ਵੀ ਤੁਹਾਨੂੰ ਪਤਾ ਥੋੜਾ ਜਿੱਦਾਂ ਸਰਵਿਸ ਸੈਕਟਰ 'ਚ ਮਿਲਦਾ ਹੈ, ਸਰਵਿਸ ਸੈਕਟਰ ਜਿਹੜਾ ਕਿ ਰਾਤ ਨੂੰ ਵੀ ਚੱਲਦਾ ਹੈ, ਉਹ ਸ਼ਾਇਦ ਸੌਫਟ ਟਾਰਗੇਟ ਵੀ ਬਣ ਰਹੇ ਨੇ ਜੀ। ਇਹ ਤੁਹਾਡਾ ਐਨਾਲਿਸਿਸ ਸਹੀ ਹੈ ਜੀ, ਇਹ ਵੀ ਇੱਕ ਪਹਿਲੂ ਆ। ਬਾਕੀ ਪਿਛਲੇ ਸਾਲ 1.5 ਸਾਲ ਦੇ ਵਿੱਚ ਨਾ ਇੱਕ ਇਹ ਬੜਾ ਹੋਇਆ, ਇੱਥੇ ਕਾਨੂੰਨਾਂ ਦੀ ਜਿਹੜੀ ਸਖਤਾਈ ਆ ਉਹਨੂੰ ਲੈ ਕੇ ਬਹੁਤ ਡਿਸਕਸ਼ਨ ਹੋ ਰਹੀ ਹੈ ਵੀ ਕਾਨੂੰਨ ਹੋਰ ਸਖਤ ਹੋਣੇ ਚਾਹੀਦੇ ਨੇ। ਬਹੁਤ ਸਾਰੇ ਅਜਿਹੇ ਮਿੰਟੂ ਜੀ ਇੱਥੇ ਓਫੈਂਡਰਸ ਨੇ, ਅਜਿਹੇ ਅਪਰਾਧੀ ਨੇ ਜਿਨ੍ਹਾਂ ਦੇ ਉੱਪਰ ਪਹਿਲਾਂ ਹੀ ਦਰਜਨਾਂ ਦੀ ਗਿਣਤੀ ਦੇ ਵਿੱਚ ਕੋਈ ਚਾਰਜਿਸ ਲੱਗੇ ਨੇ, ਕੋਈ ਜ਼ਮਾਨਤ ਤੇ ਬਾਹਰ ਆ, ਉਹ ਜ਼ਮਾਨਤ ਤੇ ਬਾਹਰ ਆਇਆ ਕੋਈ ਹੋਰ ਅਪਰਾਧ ਕਰ ਦਿੰਦਾ। ਸੋ ਹੁਣ ਉਹਨੂੰ ਲੈ ਕੇ ਵੀ ਇਹ ਗੱਲ ਪਿਛਲੇ ਮਹੀਨਿਆਂ ਤੋਂ ਕਾਫੀ ਜ਼ਿਆਦਾ ਜ਼ੋਰ ਫੜ ਗਈ ਆ ਕਿ ਜਿਹੜੇ ਰਿਪੀਟ ਓਫੈਂਡਰਸ ਨੇ, ਜਿਹੜੇ ਮੁੜ ਕੇ ਅਪਰਾਧ ਕਰਦੇ ਨੇ, ਉਹਨਾਂ ਦੀ ਜ਼ਮਾਨਤ ਦੀਆਂ ਸ਼ਰਤਾਂ ਹੋਰ ਸਖਤ ਕੀਤੀਆਂ ਜਾਣ। ਸੋ ਬਿਲਕੁਲ ਇਹ ਸੌਫਟ ਟਾਰਗੇਟ ਵਾਲਾ ਪਹਿਲੂ, ਕਾਨੂੰਨ ਦੇ ਵਿੱਚ ਜਿਹੜੀ ਸੌਫਟਨੈਸ ਆ ਉਹ ਵਾਲਾ ਪਹਿਲੂ, ਇਹ ਤੇ ਕਤਲਾਂ ਵਾਲੀ ਪਾਸੇ ਗੱਲ ਹੋ ਗਈ। ਪਰ ਇੱਕ ਜਿਹੜੀ ਉਹ ਤੁਸੀਂ ਪਹਿਲਾਂ ਜਿਹੜਾ ਪਹਿਲੂ ਛੋਇਆ ਨਾ ਕਿ ਜਿਹੜੇ ਨੌਜਵਾਨਾਂ ਦੀਆਂ ਪਤਾ ਹੀ ਨਹੀਂ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ, ਸਟ੍ਰੋਕ ਹੋ ਗਿਆ, ਆਫ ਕੋਰਸ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਨੇ। ਪਰ ਕਿਤੇ ਨਾ ਕਿਤੇ, ਐਂਡ ਦਿਸ ਇਜ਼ ਨਾਟ, ਇਹ ਕੋਈ ਜੱਜਮੈਂਟ ਨਹੀਂ ਆਪਾਂ ਦੇ ਰਹੇ ਕਿ ਜਿਨ੍ਹਾਂ ਦਾ ਕੋਈ ਬੱਚਾ ਇਸ ਤਰ੍ਹਾਂ ਫੌਤ ਹੋ ਗਿਆ, ਇਹ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਆ। ਪਰ ਇਸ ਗੱਲ ਤੋਂ ਨੌਜਵਾਨਾਂ ਨੂੰ ਆਗਾਹ ਰਹਿਣ ਦੀ ਬੜੀ ਜ਼ਰੂਰਤ ਹੈ, ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਬਹੁਤ ਜ਼ਹਿਰੀਲਾ ਨਸ਼ਾ ਇੱਥੇ ਵਿਕ ਰਿਹਾ ਜੋ ਕਿ ਹਰ ਲੰਘਦੇ ਦਿਨ ਦੇ ਨਾਲ ਹੋਰ ਜ਼ਿਆਦਾ ਜ਼ਹਿਰੀਲਾ ਹੁੰਦਾ ਜਾ ਰਿਹਾ। ਕਈ ਵਾਰੀ ਕੋਈ ਜਿਹੜਾ ਨਾਲ ਦਾ ਹੀ ਕੋਈ ਹੋਰ ਮਿੱਤਰ ਦੋਸਤ ਹੁੰਦੇ ਨੇ, ਉਹ ਜਿਹੜਾ ਇੱਦਾਂ ਹੀ ਚੁੱਕ ਚਾ ਕੇ ਨਾ ਵੀ ਚੱਲ ਕੋਈ ਨਹੀਂ ਲੈ ਲਾ, ਕੁਛ ਨਹੀਂ ਹੁੰਦਾ। ਜਿਹਨੇ ਕਿਸੇ ਨੇ ਕਦੇ ਪਹਿਲਾਂ ਸੇਵਨ ਕੀਤਾ ਹੀ ਨਹੀਂ, ਉਹ ਤਾਂ ਜਿਹਨੇ ਪਹਿਲਾਂ ਸੇਵਨ ਕੀਤਾ ਉਹਦੇ ਵਾਸਤੇ ਹੀ ਜ਼ਹਿਰੀਲਾ। ਜਿਹਨੇ ਕਦੇ ਪਹਿਲਾਂ ਹੋ ਸਕਦਾ ਅਜਿਹਾ ਕੀਤਾ ਹੀ ਨਾ ਹੋਵੇ, ਦੋਸਤਾਂ ਦੇ ਕਹਿਣ ਤੇ ਕਰਨ ਲੱਗ ਜਾਵੇ, ਉਹਦੇ ਲਈ ਤੇ ਹੋਰ ਜ਼ਿਆਦਾ ਉਹ ਮਾਰੂ ਹੋ ਸਕਦਾ, ਤੇ ਉਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਜੀ। ਆਫ ਕੋਰਸ ਤੁਹਾਨੂੰ ਲੱਗਦਾ ਵੀ ਮਾਪਿਆਂ ਦੇ ਤੁਹਾਨੂੰ ਲੱਗਦਾ ਇਹਦੇ ਵਿੱਚ ਜੀ ਬਿਲਕੁਲ, ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਗੱਲ ਕਰ ਲੈਣਾ। ਜੀ ਪਲੀਜ਼। ਹਾਂਜੀ, ਦੇਖੋ ਇਹਦੇ ਵਿੱਚ ਬਿਲਕੁਲ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਔਰ ਇੱਥੋਂ ਹੀ ਪ੍ਰਪੇਅਰ ਕਰਕੇ ਭੇਜਣਾ ਚਾਹੀਦਾ ਹੈ। ਕਿਉਂਕਿ ਜਿਵੇਂ ਆਪਾਂ ਸਕੂਲ ਚੋਂ ਪਾਸ ਆਊਟ ਹੁੰਦੇ ਆ ਤਾਂ ਯੂਨੀਵਰਸਿਟੀ 'ਚ ਜਾਂਦੇ, ਯਕਦਮ ਮਾਹੌਲ ਬਦਲ ਜਾਂਦਾ ਹੈ। ਤਾਂ ਇਦਾਂ ਹੀ ਜਦੋਂ ਤੁਸੀਂ ਇੱਥੋਂ ਪੰਜਾਬ 'ਚੋਂ 10ਵੀਂ ਕੀਤੀ, 12ਵੀਂ ਕੀਤੀ, ਮੈਨੂੰ ਨਹੀਂ ਪਤਾ ਕਿ ਉਹ ਬੱਚੇ ਕਿੰਨੀ ਕੋਈ ਏਜ ਦੇ ਵਿੱਚ ਆਈਲੈਟਸ ਕਰਦੇ ਆ, ਪਰ ਉਹ ਐਵਰੇਜ ਤਾਂ ਐਂ ਹੀ ਲੱਗਦਾ ਕਿ 15-16 ਸਾਲ ਦੀ ਉਮਰ ਦੇ ਵਿੱਚ ਉਹ ਇੱਧਰ ਨੂੰ ਤੁਰਨਾ ਸਟਾਰਟ ਕਰ ਦਿੰਦੇ ਆ, 18-20 ਸਾਲ ਦੀ ਉਮਰ ਦੇ ਵਿੱਚ ਇੱਧਰ ਨੂੰ ਚੜ੍ਹਨਾ ਸਟਾਰਟ ਕਰ ਦਿੰਦੇ ਆ। ਤਾਂ ਇੱਥੋਂ ਹੀ ਤਿਆਰੀ ਹੋਣੀ ਚਾਹੀਦੀ ਹੈ ਕਿ ਅਸੀਂ ਉੱਥੇ ਬੱਚੇ ਦੇ ਲਈ ਜੋ ਚੁਣੌਤੀਆਂ ਨੇ ਕਿ ਉਹਦੇ ਵਾਸਤੇ ਕਿਵੇਂ ਉਹਨੂੰ ਮਜ਼ਬੂਤ ਕਰਕੇ ਭੇਜਣਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ।
ਕਿਉਂਕਿ ਇੱਕ ਤਾਂ ਸਾਡੀ ਖੁਰਾਕ ਦਾ ਕੁਝ ਜੈਨੇਟਿਕਲੀ ਵੀ ਸੰਬੰਧ ਹੁੰਦਾ ਹੈ। ਇੱਕ ਤਾਂ ਖੁਰਾਕ ਬਦਲਦੀ ਹੈ, ਇੱਕਦਮ ਪੌਣ ਪਾਣੀ ਬਦਲਦਾ ਤੁਹਾਡਾ, ਫਿਰ ਇੱਕ ਮਾਹੌਲ ਬਦਲ ਗਿਆ, ਤੁਹਾਨੂੰ ਖੁੱਲ੍ਹ ਮਿਲ ਗਈ, ਫਿਰ ਤੁਹਾਡਾ ਸੰਗ ਸਾਥ ਉਹੋ ਜਿਹਾ ਹੋ ਸਕਦਾ ਹੈ। ਤਾਂ ਸੰਗਤ ਬਹੁਤ ਮਾਇਨੇ ਰੱਖਦੀ ਹੈ। ਸੰਗਤ ਜੇ ਤੁਸੀਂ ਸਹੀ ਚੁਣ ਲਈ ਤਾਂ ਫਿਰ ਸਮਝ ਲਓ ਕਿ ਸਾਲ ਖੰਡ 2 ਸਾਲ ਸੰਘਰਸ਼ ਜ਼ਰੂਰ ਕਰੋਗੇ, ਪਰ ਇੱਕ ਨਾ ਇੱਕ ਦਿਨ ਤੁਸੀਂ ਕਾਮਯਾਬ ਹੋਵੋਗੇ। ਜੇ ਤੁਸੀਂ 5 ਡਰੱਗੀਆਂ ਨਾਲ ਰਹਿਣਾ ਸਟਾਰਟ ਕਰ ਦਿੱਤਾ, 5 ਹਫ਼ਤਿਆਂ ਬਾਅਦ 6ਵੇਂ ਤੁਸੀਂ ਹੋ ਜਾਓਗੇ। ਤੇ ਜੇ ਤੁਸੀਂ 5 ਬੜੇ ਕਹਿ ਲਓ ਕਿ ਦ੍ਰਿੜ ਬੰਦਿਆਂ ਨਾਲ, ਦ੍ਰਿੜ ਬੱਚਿਆਂ ਨਾਲ ਰਹਿਣਾ ਸਟਾਰਟ ਕਰ ਦਿੱਤਾ, ਜੀਨੀਅਸ ਬੱਚਿਆਂ ਨਾਲ ਰਹਿਣਾ ਸਟਾਰਟ ਕਰ ਦਿੱਤਾ, ਤੁਸੀਂ ਕਮਜ਼ੋਰ ਵੀ ਹੋਗੇ ਨਾ, ਤਾਂ ਕੁਝ ਮਹੀਨਿਆਂ ਬਾਅਦ 6ਵੇਂ ਤੁਸੀਂ ਬਣ ਜਾਓਗੇ ਉਹਨਾਂ ਦੇ ਨਾਲ। ਉਹ ਕਹਿੰਦੇ ਵੀ ਜਿਹੜੇ 5 ਬੰਦਿਆਂ ਨਾਲ ਤੁਸੀਂ ਸਭ ਤੋਂ ਵੱਧ ਸਮਾਂ ਬਿਤਾਉਂਦੇ ਹੋ, ਤੁਸੀਂ ਆਪ ਉਹਦੀ ਐਵਰੇਜ ਬਣ ਜਾਂਦੇ ਹੋ। ਬਿਲਕੁਲ ਜੀ, ਸੱਚ ਹੈ ਇਹ। ਮਿੰਟੂ ਜੀ, ਇਹ ਤਾਂ ਬੜੀ ਵਿਸਥਾਰਤ ਡਿਸਕਸ਼ਨ ਹੈ, ਪਰ ਉਮੀਦ ਇਹ ਕਰਦੇ ਹਾਂ ਕਿ ਇਸ ਸਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਨੌਜਵਾਨਾਂ ਦੀਆਂ ਮੌਤਾਂ, ਉਹਨੂੰ ਠੱਲ ਪਏਗੀ। ਪਰ ਆਈ ਥਿੰਕ ਇਹਦੇ ਬਾਰੇ ਡਿਸਕਸ਼ਨ ਜ਼ਰੂਰ ਕਰਦੇ ਰਵਾਂਗੇ, ਕਿਉਂਕਿ ਮਾਪਿਆਂ ਵਾਸਤੇ ਪੰਜਾਬ ਬੈਠਿਆਂ ਲਈ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਇਹ ਗੱਲ ਜਾਣਨੀ ਬੜੀ ਜ਼ਰੂਰੀ ਆ ਕਿ ਇੱਥੇ ਲਾਈਫ ਦੇ ਵਿੱਚ ਸਟ੍ਰੈਸ ਵੀ ਬੜਾ ਵੱਧ ਚੁੱਕਾ। ਉਹ ਜਿਹੜਾ ਲੈਵਲ ਆਫ ਸਟ੍ਰੈਸ ਆ, ਬੱਚਾ ਜਦੋਂ ਇੱਕਦਮ ਉੱਥੋਂ ਪਰਿਵਾਰ ਦੇ ਵਿੱਚੋਂ ਨਿਕਲ ਕੇ ਇਕੱਲਾ ਇੱਥੇ ਆਉਂਦਾ ਤੇ ਉਹ ਲੈਵਲ ਆਫ ਸਟ੍ਰੈਸ ਵੀ ਬਹੁਤ ਜ਼ਿਆਦਾ ਇੰਪੈਕਟ ਕਰਦਾ। ਐਂਡ ਉੱਥੇ ਫਿਰ ਇੱਥੇ ਦੀ ਲੋਕਲ ਕਮਿਊਨਿਟੀ ਦਾ ਵੀ ਇੱਕ ਪਹਿਲੂ ਹੈ ਕਿ ਉਹ ਕਿਵੇਂ ਦੀ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਆ ਉਹਨਾਂ ਬੱਚਿਆਂ ਨੂੰ ਸਾਂਭਣ ਲਈ। ਸੋ ਇਹਦੇ ਬੜੇ ਬਿਲਕੁਲ ਬਹੁਤ ਵਾਜਬ ਪੁਆਇੰਟ ਹੈ ਕਿ ਉੱਥੋਂ ਤੁਸੀਂ ਆਏ ਹੋ, ਸਰਦਾ ਪੁੱਜਦਾ ਘਰ ਦਾ ਹੋ ਸਕਦਾ ਤੁਹਾਡਾ ਮਾਹੌਲ ਹੋਵੇ, ਤੇ ਇੱਥੇ ਤਾਂ ਤੁਹਾਡੀ ਕਲਾਸ ਹੀ ਬਦਲ ਜਾਣੀ ਨਾ, ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਹਰੇਕ ਚੀਜ਼। ਜੀ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਵੀ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹਾਂਗੇ। ਬੜੀ ਸੰਜੀਦਾ ਡਿਸਕਸ਼ਨ ਸੀ, ਪਰ ਨਾਲ ਹੀ ਖੁਸ਼ਨੁਮਾ ਖਬਰ ਨਾਲ ਅੱਜ ਦੇ ਸੈਗਮੈਂਟ ਨੂੰ ਰੈਪ ਅਪ ਕਰਦੇ ਹਾਂ। ਜੀ ਬਿਲਕੁਲ। ਦੇਖੋ, ਕਈ ਵਾਰ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਬਕ ਦਿੰਦੀਆਂ ਨੇ। ਅਜਿਹੀ ਇੱਕ ਘਟਨਾ, ਇੱਕ ਪ੍ਰਿੰਸੀਪਲ ਨੇ ਇੱਕ ਲੈਪਟਾਪ ਮੰਗਾਇਆ ਸੀਗਾ, ਗੱਲ ਤਾਂ ਬਹੁਤ ਛੋਟੀ ਹੈ, ਐਮਾਜ਼ੋਨ ਕੰਪਨੀ ਤੋਂ, ਪਰ ਉਹਨਾਂ ਨੇ ਜਿਹੜਾ ਲੈਪਟਾਪ ਮੰਗਾਇਆ ਸੀਗਾ, ਜੋ ਮਾਡਲ ਮੰਗਾਇਆ ਸੀ, ਉਹ ਨਾ ਨਿਕਲਿਆ। ਤਾਂ ਜਦੋਂ ਉਹਨਾਂ ਨੇ ਉਸ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਪੱਲਾ ਨਹੀਂ ਫੜਾਇਆ। ਜਿਵੇਂ ਆਮ ਤੌਰ ਤੇ ਤੁਹਾਨੂੰ ਪਤਾ ਈ-ਕਮਰਸ ਕੰਪਨੀਆਂ ਕਰਦੀਆਂ ਹੁੰਦੀਆਂ। ਜਿਹੜੇ ਪ੍ਰਿੰਸੀਪਲ ਸਾਹਿਬ ਸੀ ਆਪਣੇ ਪੰਜਾਬ ਤੋਂ ਹੀ ਨੇ, ਤਾਂ ਉਹਨਾਂ ਨੇ ਫਿਰ ਇੱਕ ਲੜਾਈ ਵਿੱਢੀ। ਤਾਂ ਜੋ ਸਾਡਾ ਹੁੰਦਾ ਇੱਥੇ ਕਹਿ ਲਓ ਕੰਜ਼ਿਊਮਰ ਫੋਰਮ, ਉਹਦੇ ਵਿੱਚ ਘੜੀਸਿਆ। ਔਰ ਕਮਾਲ ਦੀ ਗੱਲ, ਪੰਜਾਬ 'ਚ ਬੜੇ ਰੇਅਰ ਮਾਮਲੇ ਹੁੰਦੇ ਆ, ਹੁਣ ਨਿਕਲਣੇ ਸਟਾਰਟ ਹੋਏ ਆ ਕਿ ਕੰਪਨੀ ਨੂੰ ਹਜ਼ਾਰਾਂ ਰੁਪਈਆਂ ਦਾ ਜੁਰਮਾਨਾ ਪਿਆ ਜੀ। ਤਾਂ ਇਹ ਚੀਜ਼ ਹੈ ਕਿ ਸਾਡੇ ਪੰਜਾਬ 'ਚ ਅਸੀਂ ਕਹਿੰਦੇ ਨੇ ਜੇ ਚੀਜ਼ ਕੋਈ ਖਰਾਬ ਹੋ ਗਈ, ਚਲੋ ਛੱਡੋ ਖੜਾ, ਕਿਹੜਾ ਭਕਾਈ ਕਰੇਗਾ। ਜੇ ਕੋਈ ਇਸ ਤਰ੍ਹਾਂ ਆਨਲਾਈਨ ਕੋਈ ਠੱਗੀ ਹੋ ਜਾਂਦੀ ਕਿ ਛੱਡੋ ਖੜਾ, ਕਿਹਨੇ ਸਾਡੀ ਸੁਣਨੀ। ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਫੋਰਮ ਹੈਗੇ ਆ, ਜਿਹੜੇ ਲੋਕ ਅਵੇਅਰ ਨੇ, ਉਹ ਇਸ ਤਰ੍ਹਾਂ ਦੀ ਲੜਾਈ ਲੜਦੇ ਵੀ ਆ, ਜਿੱਤਦੇ ਵੀ, ਔਰ ਇਹਨਾਂ ਨੇ ਕੇਸ ਵੀ ਪ੍ਰਿੰਸੀਪਲ ਸਾਹਿਬ ਨੇ ਆਪ ਹੀ ਲੜਿਆ ਜੀ।